ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਫਿਰ ਸਤਸੰਗਤ ਦੀ ਘੜੀ ਬਖਸ਼ੀ, ਜਿਸ ਦੇ ਵਿੱਚ ਗੁਰਮੰਤਰ ਦਾ ਅਭਿਆਸ ਕੀਤਾ, ਸਾਸ ਗ੍ਰਹਿ ਸਿਮਰਨ ਕਰਕੇ ਫਿਰ ਸਾਸ ਸਿਮਰਨ ਕੀਤਾ। ਉਹ ਵਾਹਿਗੁਰੂ ਗੁਰਮੰਤਰ ਜੋ ਪੰਜ ਪਿਆਰੇ ਸਾਨੂੰ ਬਖਸ਼ਦੇ ਆ। ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਹੋਇਆ ਕਿ ਗੁਰਮੰਤਰ ਨੂੰ ਦ੍ਰਿੜ ਕਰਨਾ ਸਾਡੇ ਲਈ ਅਤ ਜ਼ਰੂਰੀ ਹੈ ਜੇ ਅਸੀਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ। ਗੁਰਮੰਤਰ ਨੂੰ ਦ੍ਰਿੜ ਕਰਕੇ ਅਸੀਂ ਆਪਣੇ ਜਿਹੜੇ ਵਿਚਾਰ ਆ, ਫੁਰਨੇ ਆ, ਜੋ ਮੈਲ ਸਾਡੇ ਮਨ 'ਤੇ ਚੜ੍ਹੀ ਹੋਈ ਆ, ਉਸ ਨੂੰ ਅਸੀਂ ਹਟਾ ਰਹੇ ਹਾਂ। ਫੁਰਨੇ ਵਿਚਾਰ ਆਪਣੇ ਘਟਾ ਰਹੇ ਹਾਂ। ਇਹਨੂੰ ਗੁਰਮੰਤਰ ਕਹਿ ਦਿੱਤਾ ਕਿਉਂਕਿ ਇਹ ਗੁਰੂ ਦਾ ਬਖਸ਼ਿਆ ਹੋਇਆ ਮੰਤਰ ਆ, ਜੋ ਗੁਰੂ ਸਿੱਖ ਨੂੰ ਬਖਸ਼ਦਾ ਹੈ। ਜਿਵੇਂ ਪੰਜ ਪਿਆਰੇ ਸਾਨੂੰ ਗੁਰਮੰਤਰ, ਵਾਹਿਗੁਰੂ ਗੁਰਮੰਤਰ ਦਿੰਦੇ ਆ। ਅਸੀਂ ਗੁਰੂ ਵਾਲੇ ਬਣਦੇ ਉਦੋਂ ਆ ਜਦੋਂ ਅਸੀਂ ਪੰਜ ਪਿਆਰਿਆਂ ਦੇ ਸ਼ਰਨ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣਦੇ ਆ, ਅੰਮ੍ਰਿਤ ਦੀ ਦਾਤ ਲੈ ਕੇ। ਪੰਜ ਪਿਆਰੇ ਸਾਨੂੰ ਉਸ ਵੇਲੇ ਗੁਰਮੰਤਰ ਦਿੰਦੇ ਆ, ਵਾਹਿਗੁਰੂ ਗੁਰਮੰਤਰ। ਅਤੇ ਜਿੰਨੇ ਵੀ ਗੁਰਸਿੱਖ ਆ, ਉਹ ਅਭਿਆਸ ਜੋ ਇਸ ਗੁਰਮੰਤਰ ਦਾ ਕਰਦੇ ਆ, ਉਹ ਫਿਰ ਹੋਰਨਾਂ ਨੂੰ ਜਪਾ ਸਕਦੇ ਆ ਗੁਰਮੰਤਰ। ਭਾਵੇਂ ਕਿਸੇ ਨੇ ਅੰਮ੍ਰਿਤ ਹਜੇ ਛਕਿਆ ਜਾਂ ਨਹੀਂ, ਉਹਨਾਂ ਨੂੰ ਗੁਰਮੰਤਰ ਜਪਾਇਆ ਜਾ ਸਕਦਾ। ਕਿ ਇਸ ਸੰਸਾਰ ਵਿੱਚ ਜੀਵ ਨੇ ਕਿ ਐਸੇ ਕਿ ਉਹ ਵੱਖ-ਵੱਖ ਮਜ਼ਹਬਾਂ ਦੇ ਵਿੱਚੋਂ ਆਉਂਦੇ ਆ, ਅਤੇ ਕਈ ਵਾਰੀ ਉਹ ਗੁਰਮੰਤਰ ਆਪਣਾ ਆਪਣਾ ਰੱਖਦੇ ਨੇ, ਅਤੇ ਕਈ ਐਸੇ ਨੇ ਉਹ ਕੱਟੜ ਹੁੰਦੇ ਆ ਆਪਣੇ ਖਿਆਲ ਦੇ ਵਿੱਚ, ਉਹ ਵਾਹਿਗੁਰੂ ਜਪਣਾ ਨਹੀਂ ਚਾਹੁੰਦੇ। ਉਹਨਾਂ ਨੂੰ ਕਈ ਵਾਰੀ ਕੋਈ ਵਿਧੀ ਹੁੰਦੀ ਹੈ, ਜਿਵੇਂ ਕਿ ਐਸੇ ਜਿਹੜੇ ਹਿੰਦੂ ਵੀਰ ਆ, ਉਹ ਓਮ ਨਮः ਸ਼ਿਵਾय ਜਾਪ ਕਰਦੇ ਆ, ਉਹ ਵੀ ਸਾਸ ਗ੍ਰਹਿ ਸਿਮਰਨ ਤਰੀਕੇ ਨਾਲ ਕੀਤਾ ਜਾ ਸਕਦਾ। ਪਰ ਜੇ ਅਗਲਾ ਰਾਜ਼ੀ ਹੈ ਗੁਰਮੰਤਰ ਜਪਣ ਨੂੰ, ਤਾਂ ਵਾਹਿਗੁਰੂ ਗੁਰਮੰਤਰ ਉਹਨਾਂ ਨੂੰ ਵੀ ਜਪਾਇਆ ਜਾ ਸਕਦਾ। ਕਿ ਵਾਹਿਗੁਰੂ ਇਵੇਂ ਕਹੀਦਾ ਹੁੰਦਾ, ਜਿਉਂ ਜਿਉਂ ਸਵਾਸ ਅੰਦਰ ਜਾਂਦਾ ਵਾਹਿ ਕਹਿਣਾ, ਗੁਰੂ ਕਹਿਣਾ ਜਦੋਂ ਸਵਾਸ ਬਾਹਰ ਜਾਂਦਾ ਹੈ। ਜਦੋਂ ਗੁਰਮੰਤਰ ਜੀਵ ਜਪਦਾ ਆ, ਅਤੇ ਸਾਡੇ ਜਿਹੜੇ ਮਨ 'ਤੇ ਮੈਲ ਚੜ੍ਹੀ ਹੋਈ ਹੈ, ਜਨਮਾਂ ਜਨਮਾਂਤਰਾਂ ਦੀ ਮੈਲ, ਉਹ ਸਹਿਜੇ ਸਹਿਜੇ ਕੱਟੀ ਜਾਂਦੀ ਹੈ, ਉਹ ਲੱਥਦੀ ਹੈ ਸਾਡੇ ਮਨ ਤੋਂ। ਮਹਾਰਾਜ ਕਹਿੰਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹ। ਕਿ ਕਾਲਾ ਸ਼ਾਹ ਹੋ ਚੁੱਕਾ ਹੈ ਸਾਡਾ ਮਨ, ਜਨਮਾਂ ਜਨਮਾਂਤਰਾਂ ਦੀ ਇਹਨੂੰ ਮੈਲ ਲੱਗ ਚੁੱਕੀ ਹੈ। ਫਿਕਰਾਂ ਚਿੰਤਾਵਾਂ ਦੇ ਵਿੱਚ ਤਾਂ ਹੀ ਮਨ ਪਿਆ ਹੋਇਆ ਆ, ਕਿਉਂਕਿ ਇਹ ਤ੍ਰੈਗੁਣਾਂ ਦੇ ਵਿੱਚ ਆ ਕੇ ਵਾਰ-ਵਾਰ ਇਹ ਵਿਚਾਰ ਲਈ ਜਾਂਦਾ ਹੈ, ਫੁਰਨੇ ਲਈ ਜਾਂਦਾ ਹੈ, ਅਤੇ ਇਹ ਸਾਰੀ ਮੈਲ ਇਹ 'ਤੇ ਚੜ੍ਹਦੀ ਹੈ। ਹੁਣ ਇਹੀ ਤ੍ਰੈਗੁਣ ਜਿਹੜੇ ਆ, ਇਸ ਨੂੰ ਮਾਇਆ ਕਹਿ ਦਿੱਤਾ ਆ। ਜਿੱਥੇ ਮਨ ਆਉਂਦਾ ਹੈ, ਵਿਚਾਰ ਲੈਂਦਾ ਹੈ। ਕਦੇ ਸਾਡਾ ਮਨ ਤਮੋਗੁਣ 'ਤੇ ਬਹਿ ਜਾਂਦਾ ਆ, ਇਹ 'ਤੇ ਕਾਮ, ਕ੍ਰੋਧ, ਲੋਭ, ਹੰਕਾਰ ਹਾਵੀ ਹੋ ਜਾਂਦੇ ਆ। ਈਰਖਾ, ਨਿੰਦਿਆ, ਚੁਗਲੀ ਦੇ ਵਿੱਚ ਆ ਜਾਂਦਾ ਹੈ। ਦਵੈਸ਼ ਭਾਵਨਾ ਇਹਦੇ ਵਿੱਚ ਆ ਜਾਂਦੀ ਹੈ, ਅਤੇ ਇਹ ਤਮੋਗੁਣੀ ਵਿਚਾਰ ਲੈਂਦਾ। ਫਿਰ ਜਦੋਂ ਸਾਡਾ ਮਨ ਰਜੋਗੁਣ 'ਤੇ ਬੈਠਦਾ ਆ, ਅਰਥਚਾਰਾਂ ਬਾਰੇ ਵਿਚਾਰ ਕਰਨ ਲੱਗ ਪੈਂਦਾ ਆ। ਇਹਦੇ ਵਿੱਚ ਆਸ਼ਾ, ਅਭਿਲਾਸ਼ਾ, ਮਨਸਾਵਾਂ ਅਤੇ ਤ੍ਰਿਸ਼ਨਾਵਾਂ ਭਾਰੀ ਹੋ ਜਾਂਦੀਆਂ, ਅਤੇ ਰਜੋਗੁਣ 'ਤੇ ਵਿਚਾਰ ਲੈਣ ਲੱਗ ਪੈਂਦਾ, ਰਜੋਗੁਣੀ ਵਿਚਾਰ ਕਰਦਾ ਹੈ। ਜਦੋਂ ਸਾਡਾ ਮਨ ਸਤੋਗੁਣ 'ਤੇ ਆ ਕੇ ਸਤੋਗੁਣੀ ਵਿਚਾਰ ਕਰਦਾ, ਉਦੋਂ ਇਹਦੇ ਵਿੱਚ ਦਇਆ, ਨਿਮਰਤਾ, ਸਹਿਨਸ਼ੀਲਤਾ, ਜਤ, ਸਤ, ਸੰਤੋਖ, ਜਿਹੜੇ ਦੈਵੀ ਗੁਣ ਆ, ਉਹ ਪ੍ਰਗਟ ਹੋ ਜਾਂਦੇ ਆ, ਅਤੇ ਸਤੋਗੁਣੀ ਹੁੰਦਾ ਸਾਡਾ ਮਨ। ਪਰ ਇਹ ਤਿੰਨੇ ਜਿਹੜੇ ਆ, ਇਹਨਾਂ ਨੂੰ ਮਹਾਰਾਜ ਨੇ ਮਾਇਆ ਕਿਹਾ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਰਜਗੁਣ, ਤਮਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਸੂਖਮ ਮਾਇਆ ਹੈ, ਜੋ ਸਾਨੂੰ ਅੱਖਾਂ ਨਾਲ ਦਿਸਦੀ ਨਹੀਂ, ਪਰ ਸਾਨੂੰ ਪਤਾ ਕਿ ਹੈ। ਆਪਣੇ ਵਿਚਾਰ ਦੇਖ ਲਓ, ਮਹਾਰਾਜ ਨੇ ਤਾਂ ਸਾਨੂੰ ਸਮਝਾ ਦਿੱਤਾ ਕਿ ਆਪਣੇ ਵਿਚਾਰ ਜਿਹੜੇ ਆ, ਆਪਣੀ ਜਿਹੜੀ ਮਨ ਦੀ ਸਥਿਤੀ ਹੈ, ਉਹ ਅਸੀਂ ਵਾਚਣੀ ਹੁੰਦੀ ਹੈ ਕਿ ਕਿੱਥੇ ਜਾ ਕੇ ਮਨ ਸਾਡਾ ਵਿਚਾਰ ਲੈਂਦਾ। ਕਿੰਨੇ ਸਵਾਸ ਇਹਨੇ ਖਰਚੇ ਹੁੰਦੇ ਤਮੋਗੁਣ 'ਤੇ, ਦਿਨ ਪ੍ਰਤੀ ਦਿਨ ਕਿੰਨਾ ਸਮਾਂ ਇਹਨੇ ਬਿਤਾਇਆ ਹੋਇਆ ਹੈ ਰਜੋਗੁਣ 'ਤੇ, ਕਿੰਨਾ ਸਮਾਂ ਇਹ ਬਿਤਾਉਂਦਾ ਹੈ ਸਤੋਗੁਣ 'ਤੇ। ਅਤੇ ਮਹਾਰਾਜ ਕਹਿੰਦੇ ਆ ਕਿ ਜੇਕਰ ਅਸੀਂ ਆਪਣੇ ਮਨ ਦਾ ਇਹਦਾ ਖਿਆਲ ਰੱਖਣ ਲੱਗ ਪਏ, ਵਾਚਣ ਲੱਗ ਪਏ ਕਿ ਮਨ ਜਾਂਦਾ ਕਿੱਥੇ ਆ, ਤਾਂ ਮਹਾਰਾਜ ਕਹਿੰਦੇ ਸਾਨੂੰ ਸੁੱਖ ਮਿਲੂਗਾ। ਜਿਹਨੂੰ ਮਹਾਰਾਜ ਫਰਮਾਉਂਦੇ ਨੇ, ਮਨ ਕੀ ਪਤਰੀ ਵਾਚਣੀ
ਸੁਖੀ ਹੂੰ ਸੁਖਸਾਰ। ਕਿ ਜਿਹੜਾ ਆਪਣੇ ਮਨ ਨੂੰ ਇਸ ਤਰੀਕੇ ਨਾਲ ਦੇਖਦਾ ਆ ਕਿ ਇਹ ਮਨ ਕਿਸ ਸਮੇਂ ਕਿੱਥੇ ਸਵਾਸ ਖਰਚ ਰਿਹਾ ਆ, ਅਤੇ ਉਹੀ ਫਿਰ ਜੀਵ ਆਪਣੇ ਮਨ ਨੂੰ ਸੰਕੋਚਣ ਲੱਗ ਪੈਂਦਾ, ਕਿਉਂਕਿ ਉਹਨੂੰ ਪਤਾ ਆ ਕਿ ਇਹ ਸਵਾਸ ਜਿਹੜੇ ਆ ਇਹ ਮਹਾਰਾਜ ਨੇ ਗਿਣ ਕੇ ਸਾਨੂੰ ਦਿੱਤੇ ਹੋਏ ਆ, ਅਤੇ ਵਧਣੇ ਘਟਣੇ ਤਾਂ ਹੈ ਨਹੀਂ। ਅਤੇ ਜਿੰਨਾ ਅਸੀਂ ਖਰਚਾ ਕਰਦੇ ਹਾਂ ਭਾਵੇਂ ਸਤੋਗੁਣ 'ਤੇ ਹੋਵੇ, ਉਹ ਸਾਰਾ ਮਾਇਆ ਦੇ ਦੇਸ਼ ਦੇ ਵਿੱਚ ਸਵਾਸ ਦਾ ਜਿਹੜਾ ਖਰਚ ਹੁੰਦਾ ਆ ਉਹ ਕੱਚਾ ਵਪਾਰ ਆ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਗਿਣ ਘਾਲੇ ਸਭ ਦੇ ਵਿਸਾਸ ਨੇ ਬੜਨ ਘਟਨ ਤਿਲ ਸਾਰ। ਕਿ ਇਹ ਜਿਹੜੇ ਸਵਾਸ ਸਾਡੇ ਆ ਤਿਲ ਪਰ ਵੱਧ ਘੱਟਦੇ ਨਹੀਂ, ਇਹਨਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਗਿਣ ਕੇ ਸਾਨੂੰ ਦੇ ਦਿੱਤਾ ਆ। ਉਨੇ ਹੀ ਰਹਿਣੇ ਆ ਜਿੰਨੇ ਮਹਾਰਾਜ ਨੇ ਦਿੱਤੇ ਆ। ਉਹ ਕਿੰਨੇ ਹਨ ਉਹ ਮਹਾਰਾਜ ਆਪ ਹੀ ਜਾਣਦੇ ਆ। ਉਹਨਾਂ ਨੇ ਇਹ ਗੱਲ ਅਲੋਪ ਰੱਖੀ ਹੁੰਦੀ ਹੈ ਹਰੇਕ ਜੀਵ ਤੋਂ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਹਮ ਆਦਮੀ ਹਾਂ ਏਕ ਦਮੀ, ਮੌਲਤ ਮੌਤ ਨਾ ਜਾਣਾ, ਨਾਨਕ ਬਿਨਵੇ ਤਿਸੇ ਸਿਰੇਵੋ ਜਾ ਕੇ ਜੀ ਪਰਾਣਾ। ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਿ ਸਾਡਾ ਜਿਹੜਾ ਜੀਵਨ ਆ ਇੱਕ ਦਮ 'ਤੇ ਖੜ੍ਹਾ ਆ, ਇੱਕ ਸਵਾਸ 'ਤੇ। ਜੇ ਉਹ ਸਵਾਸ ਹੈ ਤਾਂ ਅਸੀਂ ਆਦਮੀ ਹਾਂ, ਜੇ ਨਹੀਂ ਸਵਾਸ ਸਾਡਾ ਅਖੀਰਲਾ ਆ ਜਾਂਦਾ ਹੈ, ਮਹਾਰਾਜ ਪਾਉਣ ਨੂੰ ਖਿੱਚ ਲੈਂਦੇ ਆ, ਅਤੇ ਸਾਡਾ ਇਹ ਸਰੀਰ ਢਹਿ ਹੋ ਜਾਣਾ ਆ। ਤਾਂ ਮਹਾਰਾਜ ਨੇ ਸਮਝਾ ਦਿੱਤਾ ਕਿ ਇੱਕ ਇੱਕ ਸਵਾਸ ਨੂੰ ਲੇਖੇ ਦੇ ਵਿੱਚ ਲਾਉਣ ਲਈ ਉਸ ਪ੍ਰਮਾਤਮਾ ਦਾ ਜਾਪ ਕਰੋ, ਪ੍ਰਮਾਤਮਾ ਦੀ ਆਰਾਧਨਾ ਕਰੋ। ਕਿ ਸਭ ਤੋਂ ਪਹਿਲੀ ਸਾਡੀ ਪ੍ਰਾਇਓਰਿਟੀ ਇਹੀ ਆ ਕਿ ਅਸੀਂ ਪ੍ਰਮਾਤਮਾ ਨੂੰ ਯਾਦ ਕਰੀਏ ਅਤੇ ਪ੍ਰਮਾਤਮਾ ਦੇ ਨਾਲ ਮਿਲਾਪ ਕਰੀਏ, ਕਿ ਸਾਨੂੰ ਮੁੜ ਮੁੜ ਇਸ ਜਨਮ ਮਰਨ ਦੇ ਗੇੜ ਦੇ ਵਿੱਚ ਨਾ ਆਉਣਾ ਪਵੇ, ਮੁੜ ਮੁੜ ਸਾਨੂੰ ਵੱਖ ਵੱਖ ਜੂਨਾਂ 'ਚ ਨਾ ਜਾਣਾ ਪਵੇ। ਇਸ ਤਰੀਕੇ ਦੇ ਨਾਲ ਉਸ ਪਰਮਾਤਮਾ ਮਾਲਕ ਨੂੰ ਯਾਦ ਕਰੀਏ ਕਿ ਉਹਨੂੰ ਆਵਾਜ਼ ਦਿੰਦੇ, ਉਹ ਮੋਹਰੇ ਸਾਨੂੰ ਆਵਾਜ਼ ਵੀ ਦੇ ਰਿਹਾ ਹੈ, ਅਤੇ ਉਹਦੀ ਆਵਾਜ਼ ਦੀ ਸਾਨੂੰ ਪਛਾਣ ਆ ਜਾਏ। ਉਸ ਸ਼ਬਦ ਨੂੰ ਫਿਰ ਪਕੜ ਕੇ ਜੋ ਪਰਮਾਤਮਾ ਉਚਾਰਨ ਕਰ ਰਿਹਾ, ਜਿਸ ਨੂੰ ਨਾਮ ਕਹਿ ਦਿੱਤਾ, ਹਰ ਨਾਮ ਕਹਿ ਦਿੱਤਾ, ਰਾਮ ਨਾਮ ਕਹਿ ਦਿੱਤਾ ਆ, ਉਸ ਦੇ ਵਿੱਚ ਸਾਡਾ ਮਨ ਜਿਹੜਾ ਆ ਸਮਾ ਜਾਏ। ਹੁਣ ਗੁਰਮੰਤਰ ਨੇ ਸਾਨੂੰ ਉਸ ਨਾਮ ਤੱਕ ਪਹੁੰਚਾਉਣਾ ਆ। ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਹਾਂ, ਫੁਰਨਿਆਂ ਤੋਂ ਰਹਿਤ ਹੁੰਦਾ ਜਾਂਦਾ ਸਾਡਾ ਮਨ। ਸਾਡਾ ਮਨ ਮਾਇਆ ਦੇ ਰੌਲੇ ਦੇ ਵਿੱਚੋਂ ਨਿਕਲਦਾ ਆ। ਜੋ ਰੌਲਾ ਪੈ ਰਿਹਾ ਸਾਡੇ ਅੰਦਰ ਵਿਚਾਰਾਂ ਦਾ, ਫੁਰਨਿਆਂ ਦੇ ਵਿਚਾਰ ਜਿਹੜੇ ਆ ਇਹ ਆਉਂਦੇ ਸਾਨੂੰ ਪੰਜਾਂ ਦੂਤਾਂ ਰਾਹੀਂ ਆ, ਜਿਹੜੇ ਤ੍ਰੈ ਗੁਣਾਂ ਦੇ ਵਿੱਚ ਰਜੋ ਗੁਣ ਅਤੇ ਤਮੋ ਗੁਣ ਤੱਕ ਸੀਮਿਤ ਨੇ, ਜਿਹਨੂੰ ਮਹਾਰਾਜ ਕਹਿੰਦੇ ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾ ਇਹ ਪਸਾਰਾ। ਕਿ ਅਸੀਂ ਮਾਇਆ ਨਾਲ ਮੋਹ ਪਾ ਲਿਆ ਅਤੇ ਇਹਨਾਂ ਨੇ ਵਿਚਾਰਾਂ ਦਾ ਪਸਾਰਾ ਖੜ੍ਹਾ ਕੀਤਾ। ਜਦੋਂ ਮਨ ਲਿਵ ਦਾ ਰਾਹ ਅਖਤਿਆਰ ਕਰਦਾ, ਉਦੋਂ ਹੀ ਸਤੋਗੁਣ 'ਤੇ ਪਹੁੰਚ ਕੇ ਫਿਰ ਸਤੋਗੁਣ ਤੋਂ ਉੱਪਰ ਉੱਠਦਾ। ਸਤੋਗੁਣੀ ਸੁਭਾਅ ਅਸਲ ਵਿੱਚ ਮਨ ਦਾ ਅਸਲੀ ਸੁਭਾਅ ਜਿਹੜਾ ਆ ਨੈਚੁਰਲ, ਇਹ ਜਿਹੜੇ ਇਹਦੇ ਨੇਚਰ ਆ, ਇੰਟ੍ਰਿੰਸਿਕ ਨੇਚਰ ਜਿਹਨੂੰ ਕਹਿ ਦਿੱਤਾ ਆ, ਉਹ ਹੈ ਹੀ ਸਤੋਗੁਣੀ ਆ ਸਾਡਾ ਮਨ। ਅਤੇ ਕਾਮ ਕ੍ਰੋਧ ਅਹੰਕਾਰ ਸਾਨੂੰ ਕੋਸ਼ਿਸ਼ ਕਰਦੇ ਆ ਕਿ ਇਸ ਸਤੋਗੁਣ ਤੋਂ ਉਰਾਂ ਹੀ ਰਵੇ, ਰਜੋਗੁਣ ਤੱਕ ਸੀਮਤ ਰਵੇ ਸਾਡਾ ਮਨ, ਤਮੋਗੁਣ ਤੱਕ ਧਾਤ ਦਾ ਰਸਤਾ ਜਿਸ ਨੂੰ ਕਹਿ ਦਿੱਤਾ ਆ। ਇਹ ਪੰਜ ਦੂਤ ਚਾਹੁੰਦੇ ਨਹੀਂ ਕਿ ਅਸੀਂ ਸਤੋਗੁਣ ਰਾਹੀਂ ਆਪਣੇ ਘਰ ਨੂੰ ਚਲੇ ਜਾਈਏ। ਹੁਣ ਸਤੋਗੁਣ ਹੈ ਤਾਂ ਕਾਲ ਦੇ ਦੇਸ਼ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਤ੍ਰੈਗੁਣ ਕਾਲੇ ਕੀ ਸਰਕਾਰਾ। ਇਹ ਤਾਂ ਹੈ ਤਾਂ ਮਾਇਆ ਆ ਸਤੋਗੁਣ ਵੀ। ਇਸ ਤੋਂ ਉੱਪਰ ਜਦੋਂ ਉੱਠਦੇ ਹਾਂ ਤਾਂ ਸਾਡਾ ਜਿਹੜਾ ਮਨ ਆ ਬਿਲਕੁਲ ਤ੍ਰੈਗੁਣ ਤੋਂ ਅਤੀਤ ਹੋ ਜਾਂਦਾ, ਅਤੇ ਆਪਣੇ ਜਿਹੜੇ ਰੂਪ ਆ ਉਹਦੀ ਪਛਾਣ ਇਸ ਨੂੰ ਹੋ ਜਾਂਦੀ, ਜੋ ਪ੍ਰਕਾਸ਼ ਰੂਪ ਆ, ਜਿਸ ਨੂੰ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਸਾਡਾ ਸਾਰਿਆਂ ਦਾ ਪ੍ਰਮਾਤਮਾ ਆ। ਅਸੀਂ ਸਾਰੇ ਇੱਥੇ ਜਿੰਨੇ ਜੀਵ ਆਏ ਹੋਏ ਹਾਂ, ਪਰਮਾਤਮਾ ਨੇ ਸਾਨੂੰ ਪ੍ਰਗਟ ਕੀਤਾ ਆ। ਸਾਡੇ ਮਨ ਦਾ ਜਿਹੜਾ ਆਮ ਜੀਵ ਦਾ ਜਨਮ ਹੁੰਦਾ ਆ ਉਹ ਪੰਜਾਂ ਤੱਤਾਂ ਤੋਂ ਹੁੰਦਾ, ਜੋ ਪੰਜ ਤੱਤ ਸੁਨ ਤੋਂ ਪ੍ਰਗਟ ਹੁੰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਪੰਜ ਤੱਤ ਸੁਨੋ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ। ਕਿ ਕਰਮ ਦੇ ਅਭਿਆਸ ਕਰਨ ਲਈ ਮਹਾਰਾਜ ਨੇ ਸਾਨੂੰ
ਇਹ ਦੇਹ ਬਖਸ਼ੀ ਹੋਈ ਆ ਜਿਸ ਦੇ ਵਿੱਚ ਸਾਡਾ ਮਨ ਪ੍ਰਵੇਸ਼ ਹੋ ਚੁੱਕਾ ਆ, ਅਤੇ ਇੱਥੇ ਅਸੀਂ ਆ ਕੇ ਹੁਕਮ ਦੇ ਵਿੱਚ ਰਹਿ ਕੇ, ਨਾਮ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕਰਮ ਕਰਨਾ। ਇਹ ਜਿਹੜੀ ਮਾਇਆ ਆ, ਰਜੋਗੁਣ, ਤਮੋਗੁਣ ਅਤੇ ਸਤੋਗੁਣ, ਇਹਨੂੰ ਮਹਾਰਾਜ ਨੇ ਭਿਅੰਗਮ ਸਰਪ ਵੀ ਕਹਿ ਦਿੱਤਾ ਹੈ ਗੁਰਬਾਣੀ ਵਿੱਚ। ਇਸ ਮਾਇਆ ਨੂੰ ਨਾਗਨੀ ਵੀ ਕਹਿ ਦਿੱਤਾ ਆ। ਮਹਾਰਾਜ ਨੇ ਦੱਸ ਦਿੱਤਾ ਗੁਰਬਾਣੀ ਦੇ ਵਿੱਚ ਕਿ ਇਸ ਨਾਲ ਸਾਰਿਆਂ ਨੇ ਪਿਆਰ ਪਾਇਆ ਹੋਇਆ, ਤ੍ਰੈਗੁਣਾਂ ਦੇ ਨਾਲ। ਹੁਣ ਗੁਰਬਾਣੀ ਦੇ ਵਿੱਚ ਵੱਖ-ਵੱਖ ਉਦਾਹਰਨਾਂ ਦੇ ਕੇ ਸਾਨੂੰ ਸਮਝਾ ਦਿੱਤਾ ਜਾਂਦਾ ਆ ਕਿ ਇਹ ਜਿਹੜੀ ਸੂਖਮ ਖੇਡ ਚੱਲ ਰਹੀ ਆ, ਜੋ ਸਾਡੀ ਅੱਖਾਂ ਤੋਂ ਪਰੇ ਆ, ਕਿ ਇਹ ਕਿਵੇਂ ਚੱਲਦੀ ਆ ਖੇਡ। ਇਹ ਜਿਹੜੀ ਸੂਖਮ ਖੇਡ ਆ, ਕਿਵੇਂ ਸਾਡਾ ਮਨ ਇੱਥੇ ਮਾਇਆ ਦੇ ਵਿੱਚ ਫਸ ਚੁੱਕਾ ਹੈ ਅਤੇ ਇਸ ਦੇ ਵਿੱਚੋਂ ਇਹਨੇ ਕਿਵੇਂ ਨਿਕਲਣਾ। ਤਾਂ ਫਿਰ ਗੁਰਬਾਣੀ ਦੇ ਵਿੱਚ ਜਦੋਂ ਪੜ੍ਹੋਗੇ ਵੱਖ-ਵੱਖ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਇਸੇ ਗੁਰਮੰਤਰ ਨੂੰ ਗਰੜ ਸ਼ਬਦ ਕਹਿ ਦਿੱਤਾ ਆ, ਗਾਰੜ ਸ਼ਬਦ ਕਹਿ ਦਿੱਤਾ ਆ, ਗਾਰੜ ਮੰਤਰ ਕਹਿ ਦਿੱਤਾ ਆ। ਜਿਹੜੀ ਮਾਇਆ ਆ ਉਹ ਭਿਅੰਗਮ ਸਰਪ ਆ, ਨਾਗਨੀ ਆ, ਅਤੇ ਗਰੜ ਪੰਛੀ ਜਿਹੜਾ ਆ ਉਹ ਸੱਪ ਦਾ ਦੁਸ਼ਮਣ ਆ, ਉਹ ਸੱਪ ਨੂੰ ਖਾ ਜਾਂਦਾ ਆ। ਅਤੇ ਜਿਹੜਾ ਗਰੜ ਮੰਤਰ ਆ ਉਹ ਜ਼ਹਿਰ ਨੂੰ ਕੱਟ ਦਿੰਦਾ ਆ। ਅਤੇ ਇਹ ਗਰੜ ਪੰਛੀ ਦਾ ਥੋੜ੍ਹਾ ਜਿਹਾ ਪਿਛੋਕੜ ਜਦੋਂ ਦੇਖਾਂਗੇ, ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਕਿ ਸਤਯੁਗ ਦੇ ਵਿੱਚ ਵਿਸ਼ਨੂੰ ਭਗਵਾਨ ਦੇ ਵਾਹਨ ਗਰੜ ਸੀ। ਗਰੜ 'ਤੇ ਚੜ੍ਹ ਕੇ ਵਿਸ਼ਨੂੰ ਭਗਵਾਨ ਇੱਧਰ ਉੱਧਰ ਜਾਂਦੇ ਸੀ, ਵਾਹਨ ਸੀ ਗਰੜ ਵਿਸ਼ਨੂੰ ਭਗਵਾਨ ਦਾ। ਅਤੇ ਮਹਾਰਾਜ ਨੇ ਸਾਨੂੰ ਸਮਝਾਇਆ ਗੁਰਬਾਣੀ ਦੇ ਵਿੱਚ, ਜਿਵੇਂ ਭਗਤ ਨਾਮਦੇਵ ਜੀ ਦੀ ਵੀ ਰੱਖਿਆ ਪ੍ਰਮਾਤਮਾ ਨੇ ਕੀਤੀ, ਅਤੇ ਪ੍ਰਮਾਤਮਾ ਉਹੀ ਰੂਪ ਧਾਰਨ ਕਰਕੇ ਵਿਸ਼ਨੂੰ ਭਗਵਾਨ ਦਾ ਗਰੜ 'ਤੇ ਚੜ੍ਹ ਕੇ ਆਏ। ਜਿਵੇਂ ਭਗਤ ਨਾਮਦੇਵ ਜੀ ਨੇ ਗੁਰਬਾਣੀ 'ਚ ਦੱਸਿਆ ਕਿ ਰਾਜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ, ਅਤੇ ਉਹਨਾਂ ਨੇ ਪ੍ਰਮਾਤਮਾ ਨੂੰ ਧਿਆਇਆ, ਪ੍ਰਮਾਤਮਾ ਦੇ ਫਿਰ ਵੀ ਗੁਣ ਗਾਉਂਦੇ ਰਹੇ। ਅਤੇ ਭਗਤ ਨਾਮਦੇਵ ਜੀ ਨੇ ਗੁਰਬਾਣੀ 'ਚ ਦੱਸਿਆ, ਪਾਖੰਤਨ ਬਾਜ ਬਜਾਇਲਾ, ਗਰੜ ਚੜੇ ਗੋਬਿੰਦ ਆਇਲਾ, ਆਪਣੇ ਭਗਤ ਪਰਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ। ਕਿ ਪ੍ਰਮਾਤਮਾ ਵੀ ਉਹੀ ਰੂਪ ਧਾਰਨ ਕਰਕੇ ਕਈ ਵਾਰ ਇਤਿਹਾਸ ਦੇ ਵਿੱਚ ਆਪਣੇ ਭਗਤਾਂ ਦੀ ਰਾਖੀ ਕਰਦੇ ਰਹੇ। ਇੱਦਾਂ ਹੀ ਭਗਤ ਨਾਮਦੇਵ ਜੀ ਦੀ ਉਸ ਵੇਲੇ ਰਾਖੀ ਕੀਤੀ। ਪ੍ਰਮਾਤਮਾ ਜੋ ਮਰਜ਼ੀ ਰੂਪ ਧਾਰਨ ਕਰ ਸਕਦੇ ਆ, ਉਹਨਾਂ ਦੀ ਮਰਜ਼ੀ ਆ, ਉਹਨਾਂ ਦੇ ਰੂਪ ਨੇ ਜਿਹੜੇ ਅਵਤਾਰੀ ਰੂਪ ਆ, ਇਹ ਸਾਰੇ ਪ੍ਰਮਾਤਮਾ ਦੇ ਖੁਦ ਖਾਸ ਰੂਪ ਨੇ, ਅਤੇ ਮਹਾਰਾਜ ਜਿਹੜਾ ਮਰਜ਼ੀ ਰੂਪ ਧਾਰਨ ਕਰਕੇ ਆਪਣੀ ਭਗਤ ਦੀ ਰਾਖੀ ਕਰ ਸਕਦੇ ਆ। ਦੂਜੇ ਪਾਸੇ ਹੁਣ ਸੂਖਮ ਖੇਡ ਦੇ ਵਿੱਚ ਜੋ ਸਾਡੇ ਇਸ ਸਰੀਰ ਦੇ ਵਿੱਚ ਚੱਲਦੀ ਆ, ਇਹ ਗਰੜ ਪੰਛੀ ਜਿਹੜਾ ਆ ਇਹ ਸੱਪ ਦਾ ਦੁਸ਼ਮਣ ਆ, ਸੱਪ ਨੂੰ ਖਾ ਜਾਂਦਾ ਹੈ। ਸੱਪ ਜਿਹੜਾ ਆ ਇਹਨੂੰ ਦੇਖ ਕੇ ਭੱਜ ਜਾਂਦਾ ਹੈ। ਗਰੜ ਜਿਹੜਾ ਇੰਗਲਿਸ਼ ਦੇ ਵਿੱਚ ਸਾਰਿਆਂ ਨਾਲ ਕਲੋਸੈਸਟ ਇਹਦਾ ਹੈਗਾ ਰਿਲੇਟਿਵ, ਈਗਲ ਜਿਹਨੂੰ ਕਹਿੰਦੇ ਆ ਇੰਗਲਿਸ਼ 'ਚ। ਪਰ ਗਰੜ ਨੂੰ ਕਈ ਕਹਿ ਦਿੰਦੇ ਕਿ ਪੰਛੀਆਂ ਦਾ ਰਾਜਾ ਆ, ਅਤੇ ਈਗਲ ਜਿਹੜਾ ਆ ਉਹ ਫਿਰ ਵੀ ਇਹਦੇ ਤੋਂ ਛੋਟਾ ਗਿਣਿਆ ਜਾਂਦਾ ਹੈ। ਗਰੜ ਕੋਈ ਬਹੁਤ ਵੱਡਾ ਪੰਛੀ ਸੀ ਜਿਸ 'ਤੇ ਵਿਸ਼ਨੂੰ ਭਗਵਾਨ ਚੜ੍ਹਦੇ ਸੀ ਉਸ ਵੇਲੇ ਸਤਯੁਗ 'ਚ। ਅਤੇ ਮਹਾਰਾਜ ਨੇ ਇੱਥੇ ਉੱਦਾਂ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਆ ਕਿ ਜਿਸ ਦੇਸ਼ ਦੇ ਵਿੱਚ ਅਸੀਂ ਆਏ ਹੋਏ ਹਾਂ, ਸਾਡਾ ਮਨ ਇੰਨਾ ਮਾਇਆ ਨਾਲ ਚੁੰਬੜ ਚੁੱਕਾ ਆ, ਇੰਨਾ ਇਸ ਦੇ ਦਾਇਰੇ ਦੇ ਵਿੱਚ ਗਰਸਿਆ ਗਿਆ ਕਿ ਇੱਥੇ ਇਸ ਨੂੰ ਜ਼ਹਿਰ ਚੜ੍ਹ ਗਏ। ਅਤੇ ਤੁਸੀਂ ਦੇਖੋਗੇ ਸੰਸਾਰ ਵਿੱਚ ਜਿਸ ਜੀਵ ਨੂੰ ਜ਼ਹਿਰ ਜ਼ਿਆਦਾ ਚੜ੍ਹ ਜਾਏ, ਜਾਂ ਕੋਈ ਐਸੇ ਪਦਾਰਥ ਦਾ ਇਸਤੇਮਾਲ ਕਰ ਲੈ, ਨਸ਼ੇ ਦਾ, ਨਸ਼ਾ ਵੀ ਇੱਕ ਕਿਸਮ ਦਾ ਜ਼ਹਿਰ ਹੀ ਆ, ਅਤੇ ਉਹਦੇ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਆ, ਅਤੇ ਕਈ ਵਾਰੀ ਕੰਨਾਂ ਤੋਂ ਬੋਲੇ ਵੀ ਹੋ ਜਾਂਦੇ ਆ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਸਾਡੇ ਮਨ ਦੀ ਹਾਲਤ ਐਸੀ ਹੀ ਹੈ। ਮਹਾਰਾਜ ਫਰਮਾਉਂਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਕਿ ਸਾਡਾ ਮਨ ਮਾਇਆ ਧਾਰੀ ਹੋ ਗਿਆ, ਕਿਉਂਕਿ ਮਾਇਆ ਨਾਲ ਇਹਨੇ ਪਿਆਰ ਪਾ ਲਿਆ, ਮਾਇਆ ਦੇ ਵਿੱਚ ਹਰ ਵਕਤ ਰਹਿਣ ਲੱਗ ਪਿਆ, ਆਪਣੇ ਘਰ ਨੂੰ ਜਾਂਦਾ ਨਹੀਂ।
ਅਤੇ ਇਹ ਨਾਲ ਇੱਥੇ ਰਹਿ ਕੇ ਨਾ ਅੰਨਾ ਹੋ ਗਿਆ ਅੱਖਾਂ ਤੋਂ ਅਤੇ ਬੋਲਾ ਹੋ ਗਿਆ ਕੰਨਾਂ ਤੋਂ। ਕਿਵੇਂ? ਹੁਣ ਇੱਥੇ ਕੋਈ ਕਹੂਗਾ ਕਿ ਮੈਨੂੰ ਤਾਂ ਦਿਸਦਾ ਆ, ਮੈਨੂੰ ਸੁਣਦਾ ਵੀ ਹੈ, ਮੈਂ ਕਿਵੇਂ ਅੰਨਾ ਤੇ ਬੋਲਾ ਆ? ਜਿਹੜਾ ਸਾਨੂੰ ਦਿਸਦਾ ਹੈ ਨਾ ਦ੍ਰਿਸ਼ਟਮਾਨ, ਅਸੀਂ ਦੇਖ ਰਹੇ ਹਾਂ ਇਹਨਾਂ ਅੱਖਾਂ ਨਾਲ ਜੋ ਸਾਡੇ ਇਸ ਫਿਜ਼ੀਕਲ ਬਾਡੀ ਦੀਆਂ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਇਹ ਵੀ ਸਾਡਾ ਸਰੀਰ ਜਿਹੜਾ ਇਹ ਵੀ ਇੱਕ ਕਿਸਮ ਦਾ ਮਾਇਆ, ਜਿਹਨੂੰ ਮਹਾਰਾਜ ਕਹਿੰਦੇ ਆ ਇਹ ਸਰੀਰ ਸਭ ਮੂਲ ਹੈ ਮਾਇਆ, ਦੂਜਾ ਭਾਏ ਭਰਮ ਭੁਲਾਇਆ, ਕਿ ਇਹਦੇ ਨਾਲ ਜੁੜ ਗਏ ਅਸੀਂ। ਦੂਜੇ ਭਾਅ ਮਤਲਬ ਕਿ ਸਾਡਾ ਮਾਇਆ ਨਾਲ ਫਿਰ ਪਿਆਰ ਪੈ ਗਿਆ, ਕਾਲ ਦੇ ਦੇਸ਼ ਨਾਲ ਪਿਆਰ ਪੈ ਗਿਆ, ਅਤੇ ਇਸ ਕਾਲ ਦੇ ਦੇਸ਼ ਦੇ ਵਿੱਚ ਆ ਕੇ ਅਸੀਂ ਕਾਲ ਦੇ ਸਰੀਰ ਦਾ ਇਸਤੇਮਾਲ ਕਰਕੇ ਇਹਨਾਂ ਅੱਖਾਂ ਅਤੇ ਨੇਤਰਾਂ, ਇਹਨਾਂ ਅੱਖਾਂ ਦਾ ਇਸਤੇਮਾਲ ਕਰਕੇ, ਕੰਨਾਂ ਦਾ ਇਸਤੇਮਾਲ ਕਰਕੇ ਅਸੀਂ ਇੱਥੇ ਮਾਇਆ ਹੀ ਦੇਖ ਰਹੇ ਹਾਂ। ਅਸੀਂ ਅੱਖਾਂ ਤੋਂ ਅੰਨੇ ਤਾਂ ਗਿਣੇ ਜਾਂਦੇ ਹਾਂ ਕਿਉਂਕਿ ਅਸੀਂ ਸੂਖਮ ਨੇਤਰ ਅਤੇ ਜਿਹੜੇ ਸਾਡੇ ਸੂਖਮ ਕੰਨ ਆ ਉਹਨਾਂ ਦਾ ਇਸਤੇਮਾਲ ਨਹੀਂ ਕਰ ਰਹੇ, ਤਾਂ ਅਸੀਂ ਕੰਨਾਂ ਤੋਂ ਵੀ ਬੋਲੇ ਹਾਂ। ਜਦੋਂ ਅਸੀਂ ਦੇਖਣਾ ਸੰਸਾਰ ਨੂੰ, ਸਾਨੂੰ ਦੱਸਣਾ ਚਾਹੀਦਾ ਸੀ ਹਰੀ, ਜੋ ਸੱਚ ਪਰਮਾਤਮਾ, ਜਿਸ ਨੇ ਸਾਰੇ ਰੂਪ ਧਾਰਨ ਕੀਤੇ ਹੋਏ ਆ, ਜਿਸ ਦੀ ਜੋਤ ਦੇ ਵਿੱਚ ਅਸੀਂ ਸਾਰੇ ਵੱਸਦੇ ਹਾਂ ਅਤੇ ਜਿਹਦੀ ਜੋਤ ਸਾਰਿਆਂ ਦੇ ਅੰਦਰ ਆ, ਜਿਹਨੂੰ ਮਹਾਰਾਜ ਕਹਿੰਦਾ ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰਹੇ, ਕਿ ਹਰੀ ਆਪ ਇਸ ਸਰੀਰ ਵਿੱਚ ਵੱਸਦਾ ਹੈ ਅਤੇ ਅਸੀਂ ਸਾਰੇ ਸਰੀਰ ਦੇ ਰਾਹੀਂ ਅਸੀਂ ਉਹਦੇ ਵਿੱਚ ਵੱਸਦੇ ਹਾਂ, ਉਸ ਹਰੀ ਦੇ ਵਿੱਚ। ਪਰਮਾਤਮਾ ਸਾਨੂੰ ਪਹਿਲਾਂ ਦਿਸਣਾ ਚਾਹੀਦਾ, ਪਰ ਉਹ ਦਿਸਦਾ ਨਹੀਂ, ਤਾਂ ਸਾਨੂੰ ਅੱਖਾਂ ਤੋਂ ਅੰਨੇ ਕਿਹਾ ਹੋਇਆ ਹੈ। ਜੇਕਰ ਅਸੀਂ ਆਪਣੇ ਸੂਖਮ ਨੇਤਰਾਂ ਦਾ ਇਸਤੇਮਾਲ ਕਰਦੇ ਹੁੰਦੇ, ਆਪਣੀ ਜੋਤ ਦਾ ਇਸਤੇਮਾਲ ਕਰਦੇ ਹੁੰਦੇ, ਅਤੇ ਸਾਨੂੰ ਹਰੀ ਪਹਿਲਾਂ ਹੀ ਦਿਸਣਾ ਸੀ। ਅਤੇ ਫਿਰ ਮਹਾਰਾਜ ਨੇ ਕਹਿ ਦਿੱਤਾ ਕਿ ਅਸੀਂ ਦੂਸਰੇ ਸਾਡੇ ਜਿਹੜੇ ਕੰਨ ਆ ਬੋਲੇ ਹੋ ਚੁੱਕੇ ਆ, ਕਿਉਂਕਿ ਅਸੀਂ ਸਿਰਫ ਬਾਹਰਲੀਆਂ ਗੱਲਾਂ ਸੁਣਦੇ ਹਾਂ। ਜੋ ਅੰਦਰ ਪਰਮਾਤਮਾ ਦੀ ਆਵਾਜ਼ ਆ, ਸਾਡੇ ਅਨਹਦ ਸ਼ਬਦ ਚੱਲਦੇ ਆ, ਅਨਹਦ ਬਾਣੀ ਚੱਲ ਰਹੀ ਆ, ਜੋ ਪਰਮਾਤਮਾ ਸ਼ਬਦ ਉਚਾਰਨ ਕਰ ਰਿਹਾ, ਜਦੋਂ ਦਾ ਬ੍ਰਹਿਮੰਡ ਰਚਿਆ ਪਰਮਾਤਮਾ ਨੇ ਉਦੋਂ ਦਾ ਉਚਾਰਨ ਕਰ ਰਹੇ ਆ, ਉਹ ਸਾਨੂੰ ਆਵਾਜ਼ ਨਹੀਂ ਹੁਣ ਸੁਣਦੀ। ਜੇ ਆਪਣੇ ਅਸੀਂ ਸੂਖਮ ਕੰਨਾਂ ਦਾ ਇਸਤੇਮਾਲ ਕਰਦੇ ਹੁੰਦੇ ਤਾਂ ਸਾਨੂੰ ਅੰਦਰੋਂ ਆਵਾਜ਼ ਸੁਣਨੀ ਸੀ। ਤਾਂ ਹੀ ਇੱਥੇ ਕਈ ਕਹਿ ਦਿੰਦੇ ਆ ਕਿ ਇਹ ਸ਼ਾਇਦ ਪਾਉਣ ਦੇ ਸ਼ਬਦ ਆ। ਪਾਉਣ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਤਾਂ ਹੁੰਦੇ ਆ ਕਿ ਬਾਹਰੋਂ ਕੋਈ ਚੀਜ਼ ਦਾ ਟਕਰਾਅ ਹੋਵੇ, ਜਾਂ ਜਿਵੇਂ ਅਸੀਂ ਕੋਈ ਸਾਜ਼ ਵਜਾਉਂਦੇ, ਹਾਰਮੋਨੀਅਮ ਵਜਾਈਦਾ, ਤਬਲਾ ਵੱਜਦਾ ਆ, ਇਹ ਸਾਰੇ ਪਾਉਣ ਦੇ ਦਾਇਰੇ ਦੇ ਵਿੱਚ ਆਉਂਦੇ, ਇਹਨਾਂ ਨੂੰ ਕਿਹਾ ਪਾਉਣ ਦੇ ਸ਼ਬਦ। ਜਿਹੜੇ ਅਨਹਦ ਸ਼ਬਦ ਆ, ਜੋ ਅੰਦਰੋਂ ਆਵਾਜ਼ ਆਉਂਦੀ ਆ, ਉਹ ਕਿਸੇ ਟਕਰਾਅ ਨਾਲ ਨਹੀਂ ਪੈਦਾ ਹੁੰਦੇ, ਨਾ ਦ੍ਰਿਸ਼ਟਮਾਨ ਦੇ ਸਾਜ਼ ਵਜਾਉਣ ਨਾਲ ਹੁੰਦੇ ਆ। ਉਹ ਸਿਰਫ ਲਗਾਤਾਰ ਸੁਣ ਵਿੱਚ ਚੱਲ ਰਿਹਾ ਸ਼ਬਦ, ਜੋ ਨਾਮ ਤੋਂ ਪ੍ਰਗਟ ਹੋ ਰਹੇ ਆ, ਵੱਖ-ਵੱਖ ਧੁਨ, ਅਤੇ ਇਹ ਸਾਰੇ ਸ਼ਬਦ ਪਰਮਾਤਮਾ ਦੇ ਆਪ ਉਚਾਰਨ ਕੀਤੇ ਹੋਏ ਬਾਣੀ ਆ। ਇੱਦਾਂ ਹੀ ਗੁਰਬਾਣੀ ਦੀ ਖੋਜ ਕਰਿਓ, ਤੁਹਾਨੂੰ ਲੱਭੂਗਾ ਸ਼ਬਦ ਕਈ ਜਿੱਥੇ ਮਹਾਰਾਜ ਨੇ ਕਿਹਾ ਕਿ ਪਰਮਾਤਮਾ ਹਰੀ ਆਪ ਹੀ ਕੀਰਤਨ ਕਰ ਰਿਹਾ ਹੈ, ਕਿ ਉਹਦਾ ਭਲਾ ਹੈ ਕੀਰਤਨ ਜਿਹੜਾ ਉਹ ਕਰ ਰਿਹਾ ਆ, ਹਰੀ ਆਪ ਉਹ ਅਨਹਦ ਸ਼ਬਦਾਂ ਦੇ ਰੂਪ ਦੇ ਵਿੱਚ। ਹੁਣ ਇੱਥੇ ਮਹਾਰਾਜ ਨੇ ਕਹਿ ਦਿੱਤਾ ਕਿ ਜਿੰਨਾ ਚਿਰ ਤੱਕ ਅਸੀਂ ਮਾਇਆ ਨਾਲ ਚੁੰਬੜੇ ਹੋਏ ਹਾਂ, ਮਾਇਆ ਦੇ ਦਾਇਰੇ ਦੇ ਵਿੱਚ ਸਾਡਾ ਮਨ ਰਹਿੰਦਾ ਆ, ਅਤੇ ਕਹਿੰਦੇ ਕਿ ਅਸੀਂ ਅੱਖਾਂ ਤੋਂ ਅੰਨੇ ਅਤੇ ਕੰਨਾਂ ਤੋਂ ਬੋਲੇ ਹਾਂ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ, ਕਿਉਂਕਿ ਅੰਦਰੋਂ ਸ਼ਬਦ ਸੁਣਦਾ ਨਹੀਂ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਰੌਲਾ ਪੈ ਰਿਹਾ ਹੈ। ਉਹ ਰੌਲਾ ਕੀ ਹੈ? ਸਾਡੇ ਜਿਹੜਾ ਫੁਰਨੇ ਵਿਚਾਰ ਅੰਤਰਗਤ ਮਨ ਨੂੰ ਸ਼ਬਦ ਸੁਣਦਾ ਨਹੀਂ, ਕਿਉਂਕਿ ਵਿਚਾਰ ਜਿਹੜੇ ਆ ਖਤਮ ਨਹੀਂ ਹੁੰਦੇ। ਇਹ ਕਿਉਂਕਿ ਸਾਡੇ ਮਨ 'ਤੇ ਅਸਰ ਹੋ ਚੁੱਕਾ ਆ ਜ਼ਹਿਰ ਦਾ, ਮਾਇਆ ਦੀ ਜ਼ਹਿਰ ਦਾ, ਇਸ ਮਾਇਆ ਨਾਗਨ ਦੀ ਜ਼ਹਿਰ ਦਾ। ਇਹ ਸਾਡੀ ਹਾਲਤ ਐਸੀ ਹੋ ਚੁੱਕੀ ਹੈ। ਹੁਣ ਇਸ ਜ਼ਹਿਰ ਨੂੰ ਕੱਟਣ ਵਾਸਤੇ ਅਸੀਂ ਗੁਰਮੰਤਰ, ਜਿਸ ਨੂੰ ਗਰੜ ਮੰਤਰ ਵੀ ਕਿਹਾ ਆ ਗੁਰਬਾਣੀ ਵਿੱਚ, ਉਹਦਾ ਇਸਤੇਮਾਲ ਕਰ ਰਹੇ ਹਾਂ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਅਸੀਂ ਜਿਸ ਇਲਾਕੇ ਦੇ ਵਿੱਚ ਆਏ ਹਾਂ, ਇੱਥੇ ਪੰਜਾਂ ਦੂਤਾਂ ਦਾ ਸੰਗ ਅਸੀਂ ਕਰਨ ਲੱਗ ਪਏ। ਇਹ ਵੀ ਸਰਪ ਨੇ।
ਮਹਾਰਾਜ ਕਹਿੰਦੇ ਦੂਤਨ ਸੰਗਰੀਆ ਭੁਇੰਗਨ ਬਸਰੀਆ ਅਨਕ ਉਪਰਿਆ। ਕਹਿੰਦੇ ਦੂਤਾਂ ਨਾਲ ਸੰਗ ਹੋ ਗਿਆ, ਇਹ ਵੀ ਸਰਪ ਨੇ, ਕਾਮ ਕ੍ਰੋਲੋਮ ਅਹੰਕਾਰ, ਬੜੇ ਉਪਰਾਲੇ ਕੀਤੇ, ਅਨਕ ਉਪਰਿਆ। ਫਿਰ ਇੱਕ ਸਾਧਨ ਲੱਭਿਆ, ਉਹ ਕੀ ਸੀ? ਤੋ ਮੈਂ ਹਰ ਹਰ ਕਰੀਆ, ਕਿ ਹਰ ਹਰ ਕਰਨ ਲੱਗ ਪਿਆ। ਜਿੱਦਾਂ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਾਂ, ਜਿਉਂ ਜਿਉਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਮਹਾਰਾਜ ਫਿਰ ਦੱਸਦੇ ਜਿਉਂ ਜਿਉਂ ਨਾਮ ਜਪਾਂਗੇ ਤਾਂ ਸੁੱਖ ਸਹਿਜਰੀਆ, ਕਿ ਸਾਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਮਹਾਰਾਜ ਨੇ ਫਿਰ ਸਾਨੂੰ ਗੁਰਬਾਣੀ 'ਚ ਕਹਿ ਦਿੱਤਾ, ਕਹਿੰਦੇ ਦਸਨ ਬਿਹੂਨ ਭਯੰਗੰ ਮੰਤਰੰਗ ਗਾਰੜੀ ਨਿਵਾਰੰਗ, ਕਿ ਜਿਹੜਾ ਮੰਤਰ ਗਾਰੜੀ ਆ, ਗਰੜ ਮੰਤਰ ਆ, ਇਹ ਬਿਖ ਨੂੰ, ਜ਼ਹਿਰ ਨੂੰ ਕੱਟ ਦਿੰਦਾ ਆ, ਇਹ ਉਤਾਰ ਦਿੰਦਾ ਹੈ, ਨਿਊਟਰਲਾਈਜ਼ ਕਰ ਦਿੰਦਾ ਉਸ ਪੋਇਜ਼ਨ ਨੂੰ। ਗੁਰਮੁਖ ਜਨ ਜਿਹੜੇ ਆ ਇਸ ਗੁਰਮੰਤਰ ਦਾ ਆਪ ਜਾਪ ਕਰਦੇ ਅਤੇ ਦੂਜਿਆਂ ਨੂੰ ਜਪਾਉਂਦੇ ਆ। ਮਹਾਰਾਜ ਫਰਮਾਉਂਦੇ ਨੇ ਕਿ ਇਹ ਜਿਹੜੀ ਮਾਇਆ ਆ, ਰਜਗੁਣ ਤਮਗੁਣ ਸਤਗੁਣ, ਇੱਕ ਨਾਗਨ ਆ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਕਿ ਇਹਨੇ ਸਾਰੇ ਜਗਤ ਨੂੰ ਆਪਣੇ ਵਿੱਚ ਲਪੇਟਿਆ ਹੋਇਆ, ਮਾਇਆ ਨਾਗਨ ਨੇ। ਅਤੇ ਸਾਡਾ ਮਨ ਇਸ ਗੱਲ ਨੂੰ ਰੀਅਲਾਈਜ਼ ਨਹੀਂ ਕਰਦਾ। ਸਾਡਾ ਮਨ ਵਾਰ-ਵਾਰ ਇਸ ਮਾਇਆ ਦੀ ਸੇਵਾ ਕਰਦਾ ਹੈ, ਮਾਇਆ ਦੇ ਸੇਵਨ ਕਰਦਾ ਹੈ। ਅਤੇ ਮਹਾਰਾਜ ਕਹਿੰਦੇ ਆ, ਇਸ ਕੀ ਸੇਵਾ ਜੋ ਕਰੇ ਤੇ ਸੀ ਕੋ ਫਿਰ ਖਾਏ। ਹੁਣ ਜਿਹੜਾ ਇਹਦੇ ਨਾਲ ਪਿਆਰ ਕਰਦਾ ਆ, ਮਾਇਆ ਦੀ ਸੇਵਾ ਕਰਦਾ ਆ, ਉਹਨੂੰ ਇਹ ਡਿਵਾਉਰ ਕਰ ਜਾਂਦੀ ਹੈ, ਇਹਨੂੰ ਖਾ ਜਾਂਦੀ ਹੈ ਮਨ ਨੂੰ। ਉਹ ਫਿਰ ਮਨ ਵਾਰ-ਵਾਰ ਇਹਦੇ ਕੋਲ ਆਉਂਦਾ, ਜਨਮ ਮੰਤਰਾਂ ਦੇ ਗੇੜ ਦੇ ਵਿੱਚ। ਮਹਾਰਾਜ ਕਹਿੰਦੇ ਗੁਰਮੁਖ ਕੋਈ ਗਾਰੜੂ ਤੈਨੂੰ ਮਲ ਦਾ ਲਾਈ ਪਾਏ, ਨਾਨਕ ਸਹੀ ਉਭਰੇ ਜੇ ਸੱਚ ਰਹੇ ਲਿਵਲਾਏ। ਕਹਿੰਦੇ ਕੋਈ ਗਾਰੜੂ, ਗੁਰਮੁਖ ਨੂੰ ਕਹਿ ਦਿੱਤਾ ਗਾਰੜੂ, ਉਹ ਸਨੇਕ ਚਾਰਮਰ ਆ, ਉਹ ਇਸ ਮਾਇਆ ਨੂੰ ਆਪਣੇ ਪੈਰ ਦੇ ਥੱਲੇ ਦਬਾ ਦਿੰਦਾ, ਇਹਨੂੰ ਮਾਰ ਦਿੰਦਾ। ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਾ ਲਾਈ ਪਾਏ, ਨਾਨਕ ਸਹੀ ਉਭਰੇ ਜੇ ਸੱਚ ਰਹੇ ਲਿਵਲਾਏ। ਫਿਰ ਮਹਾਰਾਜ ਕਹਿੰਦੇ ਕਿ ਇਸ ਦੇ ਵਿੱਚੋਂ ਸਾਡਾ ਉਧਾਰ ਤਾਂ ਹੀ ਹੋ ਸਕਦਾ ਜੇ ਅਸੀਂ ਸੱਚ ਪਰਮਾਤਮਾ ਨਾਲ ਲਿਵ ਆਪਣੀ ਜੋੜ ਲਈਏ। ਫਿਰ ਮਹਾਰਾਜ ਦੱਸਦੇ ਆ ਕਿ ਇਹ ਖਾਂਦੀ ਤਾਂ ਹੈ ਜੀਵ ਨੂੰ, ਇਹਦੇ ਦੰਦ ਤਾਂ ਕੋਈ ਨਹੀਂ। ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ। ਗੁਰਬਾਣੀ ਵਿੱਚ ਤੁਸੀਂ ਖੋਜ ਕਰਿਓ, ਲੱਭਿਓ ਸ਼ਬਦ। ਕਈ ਵਾਰੀ ਮਾਇਆ ਦਾ ਜ਼ਿਕਰ ਕੀਤਾ, ਜਿਵੇਂ ਕਿ ਇਹ ਨਾਗਨ ਆ। ਫਿਰ ਕਈ ਵਾਰੀ ਭਿੰਗਮ ਸਰਪ ਕਿਹਾ, ਜੋ ਅੱਜ ਵਿਚਾਰ ਕਰ ਰਹੇ ਹਾਂ। ਕਈ ਵਾਰੀ ਮਾਇਆ ਦਾ ਜ਼ਿਕਰ ਕੀਤਾ ਹੋਇਆ, ਜਿਵੇਂ ਕਿ ਸੁੰਦਰ ਇਸਤਰੀ ਆ। ਫਿਰ ਕਈ ਵਾਰੀ ਮਾਇਆ ਦਾ ਜ਼ਿਕਰ ਕੀਤਾ ਹੋਇਆ, ਜਿਵੇਂ ਕਿ ਇੱਕ ਮਾਤਾ ਆ, ਬੱਚੇ ਨੂੰ ਸਾਂਭ ਰਹੇ ਅਤੇ ਬੱਚੇ ਨੂੰ ਖਿਡਾ ਰਹੀ ਆ। ਕਈ ਵਾਰੀ ਇਹਨੂੰ ਨੌਕਰ ਕਹਿ ਦਿੱਤਾ ਆ, ਕਈ ਵਾਰੀ ਇਹਨੂੰ ਲక్ష్ਮੀ ਦੇ ਰੂਪ ਦੇ ਵਿੱਚ ਦੱਸਿਆ ਗਿਆ। ਇਹ ਜਿਹੜੀ ਮਾਇਆ ਆ, ਇਹ ਪਰਮਾਤਮਾ ਨੇ ਆਪ ਬਣਾਈ ਹੋਈ ਆ। ਹੁਣ ਮਹਾਰਾਜ ਕਹਿੰਦੇ ਆ ਕਿ ਇਹ ਬੜੀ ਸੋਹਣੀ ਆ, ਮਨ ਨੂੰ ਮੋਹ ਲੈਂਦੀ ਆ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਕਿ ਇਹਨੇ ਬਿਨਾਂ ਦੰਦਾਂ ਤੋਂ ਜਗ ਨੂੰ ਖਾ ਲਿਆ। ਅਤੇ ਕਹਿੰਦੇ ਕਿ ਖਾਧੇ ਕੌਣ ਗਏ? ਮਨਮੁਖ ਲੋਕ। ਮਨਮੁਖ ਖਾਧੇ, ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਜਿਹੜੇ ਮਨਮੁਖ ਆ, ਜਿਹੜੇ ਆਪਣੀ ਮੱਤ ਦੁਆਰਾ ਇਸ ਸੰਸਾਰ ਵਿੱਚ ਚੱਲਦੇ ਆ, ਉਹ ਖਾਧੇ ਗਏ। ਅਤੇ ਜਿਹੜੇ ਗੁਰਮੁਖ ਜਾਣੇ ਆ, ਗੁਰੂ ਦੇ ਮੱਤ ਦਾ ਅਖਤਿਆਰ ਕਰਦੇ ਆ, ਗੁਰੂ ਜੀ ਦੇ ਰਾਹ ਦੱਸੇ ਹੋਏ 'ਤੇ ਚੱਲਦੇ ਆ, ਉਹਨਾਂ ਨੇ ਸੱਚੇ ਨਾਮ ਨਾਲ ਚਿੱਤ ਲਾ ਲਿਆ ਅਤੇ ਉਹ ਇਸ ਮਾਇਆ ਤੋਂ ਨਿਕਲ ਗਏ। ਹੁਣ ਮਹਾਰਾਜ ਦੱਸਦੇ ਨੇ ਕਿ ਇਹਨੇ ਜ਼ਹਿਰ ਜਿਹੜੀ ਇਹ ਸਾਰੇ ਪਾਸੇ ਫੈਲਾਈ ਹੋਈ ਆ, ਇਹ ਭਿੰਗਮ ਸਰਪ ਆ। ਮਹਾਰਾਜ ਕਹਿੰਦੇ ਆ, ਮਾਇਆ ਭਿੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ। ਇਹ ਭਿੰਗਮ ਸਰਪ ਆ, ਜਿਹਨੇ ਜਗਤ ਨੂੰ ਆਪਣੇ ਜ਼ਹਿਰ ਵਿੱਚ ਘੇਰਿਆ ਹੋਇਆ।
ਪਰ ਉਹ ਜ਼ਹਿਰ ਜਿਹੜੀ ਆ ਉਹ ਕੱਟੀ ਜਾ ਸਕਦੀ। ਬਿੱਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ। ਕਿ ਗੁਰੂ ਸਾਨੂੰ ਗਰੜ ਸ਼ਬਦ ਦਿੰਦੇ ਆ, ਜੋ ਵਾਹਿਗੁਰੂ ਗੁਰਮੰਤਰ ਜਿਵੇਂ ਪੰਜ ਪਿਆਰੇ ਸਾਨੂੰ ਬਖਸ਼ਦੇ ਆ। ਸਾਡੇ ਮੁਖ 'ਚ ਜਦੋਂ ਇਹ ਸ਼ਬਦ ਅਸੀਂ ਇਸ ਦਾ ਉਚਾਰਨ ਕਰਦੇ ਹਾਂ ਤਾਂ ਜਿਹੜੀ ਜ਼ਹਿਰ ਆ ਇਹ ਕੱਟੀ ਜਾਂਦੀ ਆ, ਅੰਦਰੋਂ ਸਾਨੂੰ ਅੰਮ੍ਰਿਤ ਮਿਲਦਾ ਆ। ਮਹਾਰਾਜ ਨੇ ਸਾਨੂੰ ਸਮਝਾਇਆ, ਕਹਿੰਦੇ ਬਿਸੀਅਰ ਬਿਸੂ ਭਰੇ ਹੈ ਪੂਰਨ, ਗੁਰ ਗਰੜ ਸ਼ਬਦ ਮੁਖ ਪਾਵੈ ਗੋ, ਮਾਇਆ ਪਿੰਗ ਤਿਸ ਨੇੜ ਨਾ ਆਵੈ, ਬਿਖ ਝਾਰ ਝਾਰ ਲਿਵਲਾਵੈ ਗੋ। ਕਿ ਜਦੋਂ ਅਸੀਂ ਇਸ ਦਾ ਇਸਤੇਮਾਲ ਕਰਦੇ ਹਾਂ ਗੁਰਮੰਤਰ ਦਾ, ਉਸੇ ਵੇਲੇ ਸਾਡੀ ਜਿਹੜੀ ਜ਼ਹਿਰ ਆ ਉਤਰਨ ਲੱਗ ਪੈਂਦੀ ਮਨ ਤੋਂ, ਮਨ ਜਾਗਣ ਲੱਗ ਪੈਂਦਾ। ਮਨ ਜਿਹੜਾ ਆ ਸਾਡਾ ਜਨਮਾਂ ਜਨਮਾਂਤਰਾਂ ਦੇ ਵਿੱਚ ਸੁੱਤਾ ਹੋਇਆ, ਇਹ ਉਦੋਂ ਜਾਗਣ ਲੱਗ ਪੈਂਦਾ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਕਿ ਸੁੱਤਾ ਹੋਇਆ ਮਨ ਸਾਡਾ ਜਦੋਂ ਗੁਰੂ ਸ਼ਬਦ ਦਾ ਕਮਾਈ ਕਰਦਾ ਆ, ਅਭਿਆਸ ਕਰਦਾ ਆ, ਇਹ ਸੁੱਤਾ ਹੋਇਆ ਮਨ ਜਿਹੜਾ ਸਾਡਾ ਜਾਗਣ ਲੱਗ ਪੈਂਦਾ। ਅਤੇ ਜਾਗਦਾ ਪੂਰੀ ਤਰ੍ਹਾਂ ਉਦੋਂ ਆ ਜਦੋਂ ਅੰਦਰੋਂ ਫਿਰ ਉਹ ਧੁਨ ਉਤਪੰਨ ਹੋ ਜਾਂਦੀ ਹੈ, ਜਿਹਨੂੰ ਸਹਿਜ ਧੁਨ ਕਹਿ ਦਿੱਤਾ, ਨਾਮ ਕਿਹਾ ਆ, ਜਿਹਨੂੰ ਮਹਾਰਾਜ ਕਹਿੰਦੇ ਆ ਧੁਨ ਉਪਜੈ ਸ਼ਬਦ ਜਗਾਇਆ। ਹੁਣ ਅਸੀਂ ਇਸ ਤਰੀਕੇ ਦੇ ਨਾਲ ਵਿਚਰਨਾ ਸੰਸਾਰ ਵਿੱਚ ਕਿ ਚੇਤੇ ਰੱਖਣਾ ਕਿ ਇਹ ਮਾਇਆ ਜਿਹੜੀ ਹੈ ਇਹ ਨਾਗਨ ਆ, ਭੁੰਗਮ ਸਰਪ ਆ, ਇਹਨੇ ਸਾਰਿਆਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਇਆ। ਅਤੇ ਇਹਨੇ ਸਾਡੇ ਮਨ ਨੂੰ ਡਸ ਲੈਣਾ ਆ, ਸਾਡੇ ਮਨ ਨੂੰ ਜ਼ਹਿਰ ਚੜ੍ਹਾ ਦੇਣੀ ਆ ਜੇ ਅਸੀਂ ਕੇਅਰਫੁਲ ਨਾ ਰਹੇ। ਮਹਾਰਾਜ ਕਹਿੰਦੇ ਕਿ ਸੱਪ ਭਾਵੇਂ ਬੰਦ ਕੀਤਾ ਜਾਵੇ ਪਟਾਰੇ ਦੇ ਵਿੱਚ, ਪਟਾਰੇ ਦੇ ਵਿੱਚ ਸੱਪ ਬੰਦ ਕੀਤਾ ਜਾਵੇ, ਪਰ ਉਹਦੇ ਮਨ ਦੇ ਵਿੱਚ ਨਾ ਫਿਰ ਵੀ ਰੋਸ ਹੁੰਦਾ ਆ, ਅਤੇ ਉਹਦੇ ਅੰਦਰ ਜ਼ਹਿਰ ਆ। ਮਹਾਰਾਜ ਕਹਿੰਦੇ ਆ ਸੱਪ ਭਿੜਾਈ ਪਾਈ ਹੈ, ਬਿਖ ਅੰਤਰ ਮਨ ਰੋਸ। ਜੋ ਅਸੀਂ ਸੰਸਾਰ ਵਿੱਚ ਕਰਦੇ ਹਾਂ, ਜਿਵੇਂ ਅਸੀਂ ਮਾਇਆ ਦੇ ਦੇਸ਼ ਦੇ ਵਿੱਚ ਆਏ ਹਾਂ ਨਾ, ਇੱਥੇ ਸਾਡੇ ਮਨ ਨੂੰ ਤ੍ਰਿਸ਼ਨਾ ਚੁੰਬੜਦੀ ਹੈ, ਤ੍ਰਿਸ਼ਨਾ ਚੁੰਬੜਦੀ ਹੈ। ਕਦੇ ਅਸੀਂ ਕੋਈ ਪਦਾਰਥ ਚਾਹੁੰਦੇ ਹਾਂ, ਕਦੇ ਕੋਈ ਪਦਾਰਥ ਚਾਹੁੰਦੇ ਹਾਂ, ਕਦੇ ਅਸੀਂ ਸੋਚਦੇ ਹਾਂ ਕਿ ਆਹ ਵਸਤੂ ਮਿਲ ਜਾਏ ਤਾਂ ਮੈਨੂੰ ਸੁੱਖ ਮਿਲ ਜਾਊਗਾ, ਫਿਰ ਅਸੀਂ ਹੋਰ ਵਸਤੂ ਲੱਭਦੇ ਹਾਂ ਕਿ ਸ਼ਾਇਦ ਇਹਦੇ ਨਾਲ ਮੈਨੂੰ ਸੁੱਖ ਮਿਲ ਜਾਊਗਾ। ਅਤੇ ਮਹਾਰਾਜ ਦੱਸਦੇ ਆ ਪੂਰਬ ਲਿਖਿਆ ਪਾਇਆ ਕਿਸ ਨੂੰ ਦੀਜੈ ਦੋਸ਼, ਕਿ ਜੋ ਸਾਡੇ ਕਰਮਾਂ ਮੁਤਾਬਕ ਹੈ ਉਹੀ ਸਾਨੂੰ ਇਸ ਸੰਸਾਰ ਵਿੱਚ ਮਿਲਦਾ ਹੈ। ਫਿਰ ਕਹਿੰਦੇ ਕਿ ਗੁਰਮੁਖ ਗਾਰੜ ਜੇ ਸੁਣੇ, ਮੰਨੇ ਨਾਉ ਸੰਤੋਸ਼। ਕਹਿੰਦੇ ਜਿਹੜਾ ਗੁਰਮੁਖ ਆ, ਗੁਰਮੁਖ ਨੂੰ ਗਾਰੜੂ ਕਿਹਾ ਆ, ਉਹ ਸ਼ਬਦ ਦੀ ਕਮਾਈ ਕਰਦਾ ਆ, ਉਹ ਬਿਖ ਨੂੰ ਲਾਹ ਦਿੰਦਾ ਆ। ਗੁਰਮੁਖ ਗਾਰੜ ਜੇ ਸੁਣੇ, ਮੰਨੇ ਨਾਉ ਸੰਤੋਸ਼। ਕਹਿੰਦੇ ਕਿ ਗੁਰਮੁਖ ਦੀ ਸੰਗਤ ਕਰਕੇ, ਗੁਰਮੁਖ ਗਾਰੜ ਦੀ ਸੰਗਤ ਕਰਕੇ ਜੇ ਅਸੀਂ ਨਾਮ ਨੂੰ ਸੁਣ ਲਈਏ ਤਾਂ ਸਾਡੇ ਜਿਹੜਾ ਮਨ ਆ ਉਹ ਸੰਤੋਖ ਦੇ ਵਿੱਚ ਆ ਜਾਂਦਾ, ਤ੍ਰਿਸ਼ਨਾ ਜੇ ਖਤਮ ਹੋ ਜਾਂਦੀ, ਸਾਡੇ ਮਨ 'ਤੇ ਅਸਰ ਨਹੀਂ ਕਰਦੀ। ਅਤੇ ਇੱਦਾਂ ਅਸੀਂ ਇਸ ਤਰੀਕੇ ਦੇ ਨਾਲ ਬਚ ਸਕਦੇ ਹਾਂ ਇਸ ਮਾਇਆ ਤੋਂ ਜੋ ਨਾਗਨ ਆ। ਇਹ ਸੰਸਾਰ ਜਿਹੜਾ ਆ ਇਹ ਸਾਰਾ ਜ਼ਹਿਰ ਦਾ ਸੰਸਾਰ ਹੈ। ਇੱਕ ਪਾਸੇ ਮਹਾਰਾਜ ਨੇ ਕਹਿ ਦਿੱਤਾ ਅਗਨ ਕੁਟੰਬ ਸਾਗਰ ਸੰਸਾਰ, ਇੱਕ ਪਾਸੇ ਮਹਾਰਾਜ ਕਹਿੰਦੇ ਆ ਇਹ ਸਾਰਾ ਸੰਸਾਰ ਹੀ ਜ਼ਹਿਰ ਆ। ਅਗਨ ਕੁਟੰਬ ਸਾਗਰ ਸੰਸਾਰ ਮਹਾਰਾਜ ਨੇ ਕਹਿ ਦਿੱਤਾ ਕਿ ਇਹ ਅਗਨ ਆ, ਸਾਡਾ ਪਰਿਵਾਰ, ਸੰਸਾਰ ਜੋ ਸਾਨੂੰ ਇੱਥੇ ਦ੍ਰਿਸ਼ਟਮਾਨ ਵਿੱਚ ਦਿਸਦਾ ਆ, ਇਹਨੇ ਸਾਡੇ ਮਨ ਨੂੰ ਲੂਣਾ ਆ। ਇੱਕ ਪਾਸੇ ਫਿਰ ਮਹਾਰਾਜ ਕਹਿੰਦੇ ਆ ਬਾਬਾ ਬਿਖ ਦੇਖਿਆ ਸੰਸਾਰ, ਕਿ ਸਾਰਾ ਸੰਸਾਰ ਜਿਹੜਾ ਜ਼ਹਿਰ ਆ। ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਕਿ ਫਿਰ ਬੇਨਤੀ ਅਸੀਂ ਪ੍ਰਮਾਤਮਾ ਦੇ ਅੱਗੇ ਕਰਨੀ ਹੁੰਦੀ ਕਿ ਸਾਡੀ ਰੱਖਿਆ ਕਰੋ, ਮੈਨੂੰ ਨਾਮ ਆਪਣਾ ਦਿਓ। ਉਹ ਨਾਮ ਜਿਹੜਾ ਸਾਡਾ ਆਧਾਰ ਆ। ਇਹ ਜਿਹੜੀ ਨਾਗਨ ਆ ਮਾਇਆ, ਇਹ ਬਲੀ ਬਹੁਤ ਆ। ਮਹਾਰਾਜ ਦੱਸਦੇ ਨੇ ਗੁਰਬਾਣੀ ਵਿੱਚ, ਕਹਿੰਦੇ ਇਹ ਸਰਪਣੀ ਆ, ਅਤੇ ਇਸ ਮਾਇਆ ਦੇ ਇਲਾਕੇ ਦੇ ਵਿੱਚ ਇਹਦੇ ਤੋਂ ਬਲੀ ਕੋਈ ਲੱਭਣਾ ਮੁਸ਼ਕਿਲ ਬਾਤ ਹੈ। ਮਹਾਰਾਜ ਕਹਿੰਦੇ ਆ ਮੁਸ਼ਕਿਲ ਬਾਤ ਹੈ। ਮਹਾਰਾਜ ਕਹਿੰਦੇ ਸਰਪਣੀ ਤੇ ਉੱਪਰ ਨਹੀਂ ਬਲੀਆ,
ਕਹਿੰਦੇ ਇਹਦੇ ਤੋਂ ਜ਼ਿਆਦਾ ਕੋਈ ਪਾਵਰਫੁਲ ਨਹੀਂ ਕੋਈ ਇੱਥੇ ਮਾਇਆ ਦੇ ਦੇਸ਼ ਦੇ ਵਿੱਚ। ਇਹਨਾਂ ਦੀ ਗੱਲ ਕੀਤੀ ਹੋਈ ਜੇ ਸਾਰੇ ਮਾਇਆ ਦੇ ਵਿੱਚ ਸੁੱਤੇ ਪਏ ਆ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਇਹਨੇ ਬ੍ਰਹਮਾ ਵਿਸ਼ਨੂੰ ਮਹਾਦੇਵ ਸ਼ਿਵ ਜੀ ਇਹਨਾਂ ਨੂੰ ਵੀ ਛਲ ਲਿਆ। ਉਹ ਕਿੰਨੇ ਪਾਵਰਫੁਲ ਦੇਵਤੇ, ਇਹਨਾਂ ਦੀ ਕਿੰਨੀਆਂ ਕਹਾਣੀਆਂ ਦੱਸੀਆਂ ਜਾਂਦੀਆਂ ਇਤਿਹਾਸ ਦੇ ਵਿੱਚ, ਪਰ ਕਹਿੰਦੇ ਕਿ ਇਹ ਇਹਨਾਂ ਨਾਲੋਂ ਵੀ ਜ਼ਿਆਦਾ ਬਲੀ ਹੈ। ਇਹਨਾਂ ਤਿੰਨਾਂ ਨੂੰ ਛਲਿਆ। ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤੇਰੇ ਪਵਨ ਡਸੀਅਲੇ ਗੁਰਪ੍ਰਸਾਦ ਡੀਠੀ। ਰਹਾਓ ਕਿ ਇਹ ਜਿਹੜੀ ਨਾਗਨ ਆ, ਮਾਇਆ ਆ, ਇਹਨੇ ਸਾਰੇ ਜਗਤ ਨੂੰ ਮਾਰਿਆ ਹੋਇਆ ਅਤੇ ਆਪ ਨਿਰਮਲ ਜਲ ਦੇ ਵਿੱਚ ਬੈਠੀ ਹੋਈ ਆ। ਅਰਥਾਤ ਕਿ ਇਹ ਹੈ ਤਾਂ ਇਹ ਮਾਇਆ ਦਾ ਇਲਾਕਾ ਸੁੰਨ ਦੇ ਵਿੱਚ ਹੀ। ਜਿਨ ਤੇਰੇ ਭਵਨ ਡਸੀਲੇ ਗੁਰਪ੍ਰਸਾਦ ਡੀਠੀ। ਭਗਤ ਕਬੀਰ ਜੀ ਕਹਿੰਦੇ ਆ ਕਿ ਜਿਹਨੇ ਤਿੰਨਾਂ ਭਵਨਾਂ ਨੂੰ ਡਸ ਲਿਆ ਨਾ, ਅਸੀਂ ਗੁਰੂ ਦੀ ਕਿਰਪਾ ਦੁਆਰਾ ਇਹਨੂੰ ਦੇਖ ਲਿਆ। ਰਹਾਓ ਸਰਪਨੀ ਸਰਪਨੀ ਕਿਆ ਕਹਿਓ ਭਾਈ। ਕਹਿੰਦੇ ਕਿ ਸਰਪਨੀ ਸਰਪਨੀ ਕਰਕੇ ਕੀ ਰੌਲਾ ਪਾਇਆ ਹੋਇਆ ਆ। ਜਿਨ ਸਾਚ ਪਛਾਣਿਆ ਤਿਨ ਸਰਪਨੀ ਖਾਈ। ਕਹਿੰਦੇ ਜਿਨ੍ਹਾਂ ਨੇ ਸੱਚ, ਸੱਚ ਕਹਿ ਦਿੱਤਾ ਪ੍ਰਮਾਤਮਾ ਨੂੰ, ਜਿਨ੍ਹਾਂ ਨੇ ਸੱਚ ਪ੍ਰਮਾਤਮਾ ਨੂੰ ਪਛਾਣ ਲਿਆ ਉਹਨਾਂ ਨੇ ਸਰਪਨੀ ਨੂੰ ਖਤਮ ਕਰ ਦਿੱਤਾ। ਜਿਨ ਸਾਚ ਪਛਾਣਿਆ ਤਿਨ ਸਰਪਨੀ ਖਾਈ। ਸਰਪਨੀ ਤੇ ਆਨ ਸ਼ੂਸ਼ ਨਹੀਂ ਅਵਰਾ, ਸਰਪਨੀ ਜੀਤੀ ਕਹਾਂ ਕਰੇ ਜਮਰਾ। ਇਹ ਜਿਹੜੀ ਸਰਪਨੀ ਆ ਇਹ ਬਲੀ ਬਹੁਤ ਆ ਅਤੇ ਇਹਨੇ ਸਾਰੇ ਜਗਤ ਨੂੰ ਡਸਿਆ ਹੋਇਆ। ਅਤੇ ਮਹਾਰਾਜ ਨੇ ਇੱਥੇ ਸਾਨੂੰ ਸਮਝਾ ਦਿੱਤਾ, ਹੁਣ ਭਗਤ ਕਬੀਰ ਜੀ ਦੱਸ ਰਹੇ ਆ ਕਿ ਜਿਹੜੇ ਗੁਰਮੁਖ ਜਾਣੇ ਆ ਇਹਨਾਂ ਨੇ ਤਾਂ ਇਹਨੂੰ ਖਤਮ ਕਰ ਲਿਆ। ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੇ ਪਹਿਲਾਂ ਇਹਦੀ ਪਛਾਣ ਕੀਤੀ, ਫਿਰ ਉਹਨਾਂ ਨੇ ਸੱਚ ਦੀ ਪਛਾਣ ਕੀਤੀ। ਸੱਚ ਦੀ ਪਛਾਣ ਕਰਕੇ ਇਹਨਾਂ ਨੇ ਮਾਇਆ ਨੂੰ ਖਤਮ ਕਰ ਲਿਆ। ਫਿਰ ਕਹਿੰਦੇ ਸਰਪਨੀ ਤੇ ਆਨ ਸ਼ੂਸ਼ ਨਹੀਂ ਅਵਰਾ। ਹੁਣ ਸ਼ੂਸ਼ ਦਾ ਮਤਲਬ ਹੁੰਦਾ ਕਿ ਖਾਲੀ ਛੱਡਣਾ ਜਾਂ ਕੋਈ ਬਚਿਆ ਹੋਵੇ। ਕਹਿੰਦੇ ਇਸ ਸਰਪਨੀ ਤੋਂ ਕੋਈ ਬਚਿਆ ਨਹੀਂ। ਸਰਪਨੀ ਤੇ ਆਨ ਸ਼ੂਸ਼ ਨਹੀਂ ਅਵਰਾ। ਗੁਰਮੁਖ ਤੋਂ ਇਲਾਵਾ ਇਸ ਤੋਂ ਕੋਈ ਬਚਦਾ ਨਹੀਂ। ਸਰਪਨੀ ਜੀਤੀ ਕਹਾਂ ਕਰੇ ਜਮਰਾ। ਜੇ ਕਹਿੰਦੇ ਇਹਨੂੰ ਇੱਕ ਵਾਰੀ ਜਿੱਤ ਲਓ, ਜਿਹੜਾ ਜਾਮਿਆ ਉਹ ਤੁਹਾਡਾ ਕੁਛ ਨਹੀਂ ਵਿਗਾੜ ਸਕਦਾ। ਫਿਰ ਦੱਸਦੇ ਆ ਕਿ ਜਿਵੇਂ ਪਹਿਲਾਂ ਵਿਚਾਰ ਕਰ ਰਹੇ ਸੀ ਕਿ ਇਹ ਮਾਇਆ ਨੂੰ ਪ੍ਰਮਾਤਮਾ ਨੇ ਹੀ ਤਿਆਰ ਕੀਤਾ ਹੋਇਆ, ਇਹਨੂੰ ਬਣਾਇਆ। ਇਹ ਸਰਪਨੀ ਤਾਂ ਕੀ ਕੀਤੀ ਹੋਈ। ਤਾਂ ਕੀ ਮਤਲਬ ਪ੍ਰਮਾਤਮਾ ਨੇ ਇਹਨੂੰ ਬਣਾਇਆ। ਬਲ ਅਬਲ ਕਿਆ ਇਸ 'ਤੇ ਹੋਈ। ਕਹਿੰਦੇ ਕਿ ਅਸਲ ਵਿੱਚ ਇਹਦੇ ਵਿੱਚ ਜ਼ੋਰ ਹੈ ਕਿਹਦਾ ਹੈ, ਉਹ ਪ੍ਰਮਾਤਮਾ ਨੇ ਇਹਨੂੰ ਬਣਾਇਆ ਹੋਇਆ, ਪ੍ਰਮਾਤਮਾ ਇਹਨੂੰ ਚਲਾਉਂਦਾ ਆ। ਇਹਦਾ ਆਪਣਾ ਨਹੀਂ ਜ਼ੋਰ ਚੱਲ ਰਿਹਾ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਇਹ ਵੀ ਹੈ। ਇਹ ਬਸਤੀ ਤਾਂ ਬਸਤ ਸਰੀਰਾ, ਇਹ ਬਸਤੀ ਤਾਂ ਬਸਤ ਸਰੀਰਾ। ਕਿ ਕਿਉਂਕਿ ਇਹ ਤ੍ਰੈਗੁਣ ਹੈ ਤਾਂ ਹੀ ਸਾਡਾ ਜਿਹੜਾ ਸਰੀਰ ਆ ਇਹ ਇਸ ਸੰਸਾਰ ਵਿੱਚ ਰਹਿੰਦਾ ਹੈ। ਅਰਥਾਤ ਕਿ ਇਹ ਸਰੀਰ ਤੱਕ ਜਿਹੜਾ ਮਾਇਆ ਹੈ ਜ਼ਰੂਰੀ ਆ। ਮਾਇਆ ਦੇ ਵਿੱਚ ਸਾਡੇ ਮਨ ਨੇ ਆਉਣਾ ਆ ਸਰੀਰ ਨੂੰ ਪਾਲਣ ਲਈ, ਰਜੋਗੁਣ ਅਤੇ ਅਰਥਚਾਰਾ ਲੈਣ ਲਈ ਗੁਰਮੁਖ ਨੂੰ ਵੀ ਆਉਣਾ ਪਊਗਾ, ਮਨਮੁਖ ਨੂੰ ਵੀ ਆਉਣਾ ਪਊਗਾ। ਗੁਰਮੁਖ ਜਿਹੜੇ ਆ ਉਹ ਗੁਰੂ ਦੀ ਕਿਰਪਾ ਦੁਆਰਾ ਹੁਕਮ ਦੇ ਵਿੱਚ ਰਹਿੰਦੇ ਆ। ਜਿਹੜੇ ਮਨਮੁਖ ਆ ਉਹ ਹੁਕਮ ਤੋਂ ਆਕੀ ਹੋ ਜਾਂਦੇ ਆ, ਉਹ ਇਸ ਮਾਇਆ ਦੇ ਦੇਸ਼ ਦੇ ਵਿੱਚ ਆਉਂਦੇ ਆ ਤਾਂ ਉਹ ਨਿਕਲੇ ਜਾਂਦੇ ਆ, ਉਹਨਾਂ ਨੂੰ ਖਾ ਜਾਂਦੀ ਹੈ। ਗੁਰਪ੍ਰਸਾਦ ਸਹਿਜ ਤਰੇ ਕਬੀਰਾ। ਕਹਿੰਦੇ ਕਿ ਸਹਿਜ ਵਿੱਚ ਜਾ ਕੇ ਅਸੀਂ ਇਸ ਦੇ ਪ੍ਰਭਾਵ ਤੋਂ ਉੱਪਰ ਉੱਠੇ ਰਹਿੰਦੇ ਹਾਂ, ਕਿ ਗੁਰੂ ਦੀ ਕਿਰਪਾ ਦੁਆਰਾ ਸਹਿਜ ਦੇ ਵਿੱਚ ਜਾ ਕੇ ਅਸੀਂ ਇਸ ਸਰਪਨੀ ਤੋਂ ਬਚੇ ਰਹਿੰਦੇ ਹਾਂ। ਹੁਣ ਗੁਰਮੁਖ ਜਨ ਜਿਹੜੇ ਆ ਉਹ ਆਉਂਦੇ ਆ ਮਾਇਆ ਦੇ ਦੇਸ਼ ਦੇ ਵਿੱਚ, ਪਰ ਮਨ ਉਹਨਾਂ ਦਾ ਇਸ ਤਰੀਕੇ ਨਾਲ ਵਿਚਰਦਾ ਇੱਥੇ ਕਿ ਉਹ ਹਰ ਵਕਤ ਨਾਮ ਨਾਲ ਜੁੜਿਆ ਰਹਿੰਦਾ। ਜੇਕਰ ਅਸੀਂ ਇਸ ਤਰੀਕੇ ਨਾਲ ਹੁਕਮ ਦੇ ਵਿੱਚ ਰਹਿ ਕੇ ਇੱਥੇ ਚੱਲਾਂਗੇ
ਤਾਂ ਫਿਰ ਸਾਡਾ ਜਿਹੜਾ ਮਨ ਆ ਉਹ ਵੀ ਇਸ ਮਾਇਆ ਤੋਂ ਬਚਿਆ ਰਹੂਗਾ। ਅਤੇ ਇਹ ਆਪਣੇ ਆਪ ਨੂੰ ਯਾਦ ਕਰਵਾਉਣਾ ਪੈਂਦਾ ਮਨ ਨੂੰ ਕਿ ਇਸ ਸੰਸਾਰ ਵਿੱਚ ਪ੍ਰਮਾਤਮਾ ਦਾ ਜਿਹੜਾ ਆਸਰਾ ਆ ਉਹ ਨਹੀਂ ਛੱਡਣਾ। ਹੁਣ ਜਿਵੇਂ ਵਿਚਾਰ ਕਰ ਰਹੇ ਸੀਗੇ ਕਿ ਅੰਦਰੋਂ ਸਾਨੂੰ ਫਿਰ ਅੰਮ੍ਰਿਤ ਮਿਲਦਾ ਆ, ਇੱਕ ਪਾਸੇ ਜ਼ਹਿਰ ਆ, ਇੱਕ ਪਾਸੇ ਅੰਮ੍ਰਿਤ ਆ। ਜ਼ਹਿਰ ਤਾਂ ਇਹ ਮਾਇਆ ਦੇ ਦੇਸ਼ ਦੇ ਵਿੱਚ ਆ, ਅੰਮ੍ਰਿਤ ਸਾਨੂੰ ਨਾਮ ਵਿੱਚੋਂ ਮਿਲਦਾ, ਜੋ ਨਾਮ ਸਾਡੇ ਘਰ ਦੇ ਵਿੱਚ ਆ। ਮਹਾਰਾਜ ਕਹਿੰਦੇ ਆ ਕਿ ਇਹ ਦੋ ਫਲ ਨੇ ਜਿਹੜੇ ਪ੍ਰਮਾਤਮਾ ਨੇ ਆਪ ਲਾਏ ਹੋਏ ਆ। ਬਿਖ ਅੰਮ੍ਰਿਤ ਕਰਤਾਰ ਉਪਾਏ, ਜ਼ਹਿਰ ਅਤੇ ਅੰਮ੍ਰਿਤ ਕਰਤਾਰ ਨੇ ਆਪ ਉਪਾਏ ਆ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਕਿ ਜਿਹੜਾ ਸੰਸਾਰ ਇੱਕ ਬਿਰਛ ਆ, ਸਾਡਾ ਜਿਹੜਾ ਜੀਵਨ ਆ ਜਿਸ ਦੇ ਵਿੱਚ ਅਸੀਂ ਆਏ ਹੋਏ ਹਾਂ, ਜਿਸ ਜਨਮ ਨੂੰ ਅਸੀਂ ਗੁਜ਼ਾਰ ਰਹੇ ਹਾਂ, ਇੱਕ ਬਿਰਖ ਆ। ਸਾਰੇ ਅਸੀਂ ਮੁਸਾਫਰ ਆਏ ਹੋਏ ਹਾਂ। ਅਤੇ ਇਸ ਬਿਰਖ ਨੂੰ ਦਰਖਤ ਨੂੰ ਦੋ ਫਲ ਲੱਗੇ ਹੋਏ ਆ, ਇੱਕ ਜ਼ਹਿਰ ਅਤੇ ਇੱਕ ਅੰਮ੍ਰਿਤ। ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ। ਹੁਣ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ, ਇੱਥੇ ਉਂਝ ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ ਕਿ ਇਹ ਨਾ ਅਸੀਂ ਸਮਝੀਏ ਕਿ ਸਾਡੇ ਵੱਸ ਕੁਛ ਹੈ ਤਾਂ ਸਾਰਾ ਕੁਝ ਪ੍ਰਮਾਤਮਾ ਦੇ ਵੱਸ। ਉਹ ਜਿਹਨੂੰ ਅੰਮ੍ਰਿਤ ਦੇਣਾ ਚਾਹੁੰਦਾ ਅੰਮ੍ਰਿਤ ਦੇ ਦਿੰਦੇ, ਜਿਹਨੂੰ ਬਿਖ ਦੇਣਾ ਚਾਹੁੰਦੇ ਬਿਖ ਦੇ ਦਿੰਦੇ ਆ। ਪਰ ਇਹ ਸਾਡੇ ਲਈ ਇੱਕ ਬਹਾਨਾ ਨਹੀਂ ਬਣ ਜਾਣਾ ਕਿ ਜੀ ਪ੍ਰਮਾਤਮਾ ਜੇ ਸਿਮਰਨ ਕਰਾਊਗਾ ਕਿ ਤਾਂ ਹੀ ਮੈਂ ਸਿਮਰਨ ਕਰਾਂਗਾ। ਕਿਉਂਕਿ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਜਿੰਨਾ ਅਸੀਂ ਹੁਣ ਸੰਗਤ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਅਤੇ ਵਾਰ-ਵਾਰ ਸਾਨੂੰ ਗੁਰੂ ਸਾਹਿਬ ਕਹਿ ਰਿਹਾ ਕਿ ਜਪੋ, ਵਾਰ-ਵਾਰ ਸਾਨੂੰ ਕਹਿ ਰਿਹਾ ਕਿ ਨਾਮ ਦੇ ਦਾਇਰੇ ਵਿੱਚ ਰਹੋ, ਵਾਰ-ਵਾਰ ਸਾਨੂੰ ਕਹਿ ਰਿਹਾ ਕਿ ਮਾਇਆ ਦੇ ਦਾਇਰੇ ਵਿੱਚੋਂ ਨਿਕਲੋ। ਅਤੇ ਉਹ ਤਾਂ ਹੀ ਸਾਨੂੰ ਦੱਸ ਰਿਹਾ ਕਿਉਂਕਿ ਸਾਨੂੰ ਇੱਥੋਂ ਛਡਾਉਣਾ ਚਾਹੁੰਦੇ ਆ। ਸਾਡੇ ਕੋਲ ਕੋਈ ਬਹਾਨਾ ਨਹੀਂ ਹੋਣਾ। ਤਾਂ ਹੀ ਸਾਡੇ ਕਰਮ ਆਪਣੇ ਸਾਡੇ ਇੱਥੇ ਤ੍ਰੈਗੁਣਾਂ ਦੇ ਵਿੱਚ ਜੋ ਅਸੀਂ ਕਰਦੇ ਹਾਂ ਉਹ ਗਿਣਿਆ ਜਾਣਾ, ਜਿੰਨਾ ਚਿਰ ਸਾਡਾ ਲੇਖਾ ਪਾੜਿਆ ਨਾ ਜਾਏ। ਇੱਕ ਖੇਡ ਆ ਉੱਦਾਂ ਜੋ ਪ੍ਰਮਾਤਮਾ ਨੇ ਸਾਰੇ ਰੂਪ ਆਪ ਹੀ ਧਾਰਨ ਕੀਤੇ ਹੋਏ, ਇੱਕ ਕਹਾਣੀ ਚੱਲ ਰਹੀ ਹੈ। ਉੱਦਾਂ ਮਹਾਰਾਜ ਨੇ ਕਿਹਾ ਹੋਇਆ, ਸਭ ਘਟ ਮੇਰੇ ਹੋਂ ਸਭਨਾ ਅੰਦਰ, ਜਿਸੇ ਖਵਾਈ ਤਿਸ ਕੌਣ ਕਹੈ, ਜਿਸੇ ਦਿਖਾਲਾਂ ਵਾਟੜੀ ਤਿਸੇ ਭੁਲਾਵੇ ਕੌਣ, ਜਿਸੇ ਭੁਲਾਈ ਪੰਧ ਸਿਰ ਤਿਸੇ ਦਿਖਾਵੇ ਕੌਣ। ਕਿ ਸਾਰੇ ਸਰੀਰ ਸਾਡੇ ਆਪਣੇ ਹੀ ਆ, ਅਤੇ ਸਾਡੇ ਆਪਣੇ ਸਰੀਰ ਆ, ਪ੍ਰਮਾਤਮਾ ਨੇ ਆਪ ਕਿਹਾ ਹੋਇਆ। ਅਤੇ ਜਿਹਨੂੰ ਭੁਲਾ ਦੇਵੇ ਉਹਨੂੰ ਕੋਈ ਰਾਹ ਵੀ ਨਹੀਂ ਦੱਸ ਸਕਦਾ ਅਸਲ ਵਿੱਚ, ਅਤੇ ਜਿਹਨੂੰ ਰਾਹ ਦਿਖਾ ਦੇਵੇ ਉਹਨੂੰ ਕੋਈ ਭੁਲਾ ਨਹੀਂ ਸਕਦਾ। ਅਤੇ ਫਿਰ ਉੱਥੇ ਕਹਿੰਦੇ ਆ ਕਿ ਜਿਸੇ ਭੁਲਾਈ ਪੰਧ ਸਿਰ ਤਿਸੇ ਦਿਖਾਵੇ ਕੌਣ, ਜਿਹਨੂੰ ਪਹਿਲਾਂ ਸ਼ੁਰੂ ਤੋਂ ਹੀ ਭੁਲਾਇਆ ਜਾਏ ਅਤੇ ਕਹਿੰਦੇ ਉਹਨੂੰ ਫਿਰ ਕਿਹਨੇ ਮਾਰਗ ਦਿਖਾ ਦੇਣਾ। ਉਹ ਫਿਰ ਉਂਝ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਹ ਸਾਰਾ ਖੇਡ ਤਾਂ ਹੈ ਇਸ ਤਰੀਕੇ ਦੇ ਨਾਲ ਕਿ ਬ੍ਰਹਮ ਨੇ ਆਪ ਹੀ ਰਚਨਾ ਕੀਤੀ ਹੋਈ ਹੈ, ਸਾਰਾ ਕੁਛ ਚੱਲ ਰਿਹਾ ਆ ਇਸ ਹੁਕਮ ਦੇ ਵਿੱਚ, ਪ੍ਰਮਾਤਮਾ ਦੇ ਦਾਇਰੇ ਹੁਕਮ ਦੇ ਵਿੱਚ। ਅਤੇ ਅਸੀਂ ਸਾਡਾ ਜਿਹੜਾ ਮਨ ਆ ਉਹ ਇੱਕ ਹੀ ਆ ਜਿਹੜਾ ਆਕੀ ਹੋਇਆ ਪਿਆ ਉਸ ਹੁਕਮ ਤੋਂ। ਹਾਂਜੀ, ਹੁਣ ਇਹਦੇ ਵਿੱਚੋਂ ਕਈਆਂ ਦੇ ਸਵਾਲ ਫਿਰ ਐਸੇ ਆ ਜਾਂਦੇ, ਉਹ ਕਹਿ ਦਿੰਦੇ ਕਿ ਜੀ ਜਦੋਂ ਅਸੀਂ ਸਾਰਾ ਪ੍ਰਮਾਤਮਾ ਦਾ ਹੁਕਮ ਚੱਲ ਰਿਹਾ ਹੈ ਅਤੇ ਸਾਨੂੰ ਕਿਵੇਂ ਪਤਾ ਸਾਡੀ ਕਲਿਆਣ ਹੋਵੇਗੀ ਕਿ ਨਹੀਂ। ਅਸੀਂ ਇਸ ਤਰੀਕੇ ਨਾਲ ਚੱਲਣਾ ਹੁੰਦਾ ਸੰਸਾਰ ਵਿੱਚ ਕਿ ਅਸੀਂ ਆਪਣੀ ਮਿਹਨਤ ਕਰਨੀ ਹੈ। ਫਲ ਜਿਹੜਾ ਪ੍ਰਮਾਤਮਾ ਦੇ ਹੱਥ ਵਿੱਚ ਹੈ, ਜਿੰਨੀ ਅਸੀਂ ਮਿਹਨਤ ਕਰਾਂਗੇ ਇਸ ਮਾਰਗ 'ਤੇ, ਮਹਾਰਾਜ ਆਪ ਦੇਖ ਰਹੇ ਆ ਅਤੇ ਉਸ ਮਿਹਨਤ ਨੂੰ ਫਲ ਲੱਗਦਾ ਹੈ। ਹੁਣ ਕੱਲ੍ਹ ਇੱਕ ਗੁਰਮੁਖਾਂ ਨੇ ਸਵਾਲ ਪੁੱਛਿਆ ਸੀਗਾ ਕਿ ਪ੍ਰਮਾਤਮਾ ਦਰਸ਼ਨ ਸਿਰਫ ਸਿੱਖ ਨੂੰ ਹੀ ਦਿੰਦੇ ਜਾਂ ਕਿਸੇ ਨੂੰ ਵੀ ਦੇ ਸਕਦੇ। ਜਿਵੇਂ ਕੋਈ ਪੁੱਛ ਰਿਹਾ ਸੀਗਾ ਕਿ ਜੇ ਕੋਈ ਮੋਨਾ ਆ ਜਾਂ ਕੇਸਾ ਧਾਰੀ ਆ ਅਤੇ ਪ੍ਰਮਾਤਮਾ ਕਿਸੇ ਨੂੰ ਵੀ ਦਰਸ਼ਨ ਦੇ ਸਕਦੇ ਆ। ਇੱਦਾਂ ਆ ਕਿ ਪ੍ਰਮਾਤਮਾ ਦਰਸ਼ਨ ਕਿਸੇ ਨੂੰ ਵੀ ਦੇ ਸਕਦੇ ਆ, ਮੋਨੇ ਨੂੰ ਵੀ ਦੇ ਸਕਦੇ ਆ ਦਰਸ਼ਨ, ਕੇਸਾਂ ਧਾਰੀ ਨੂੰ ਵੀ ਦੇ ਸਕਦੇ ਆ। ਕਈ ਵਾਰੀ ਜਦੋਂ ਅਸੀਂ ਅਭਿਆਸ ਕਰਦੇ ਹਾਂ, ਕਈ ਵਾਰੀ ਐਸਾ ਹੁੰਦਾ ਹੈ ਕਿ ਮੈਡੀਟੇਸ਼ਨ ਕਰਦੇ ਕਰਦੇ, ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਥੋੜ੍ਹੇ ਚਿਰ ਲਈ ਪ੍ਰਕਾਸ਼ ਹੋ ਜਾਂਦਾ ਆ, ਪ੍ਰਮਾਤਮਾ ਆਪਣੇ ਦਰਸ਼ਨ ਬਖਸ਼ਦੇ ਆ। ਜੇਕਰ ਉਹ ਮਹਾਰਾਜ ਦੀ ਮਰਜ਼ੀ ਹੁੰਦੀ ਹੈ, ਉਹ ਪ੍ਰਕਾਸ਼ ਹੁੰਦਾ ਥੋੜ੍ਹੇ ਚਿਰ ਲਈ, ਉਹ ਮਹਾਰਾਜ ਦਿਖਾ ਰਹੇ ਹੁੰਦੇ ਆ ਜਗਿਆਸੂ ਨੂੰ ਕਿ ਮੈਂ ਤੇਰੇ ਅੰਦਰ ਹੀ ਹਾਂ, ਮੈਨੂੰ ਆ ਕੇ ਮਿਲ ਲਾ, ਤੂੰ ਸਹੀ ਰਾਹ 'ਤੇ ਤੁਰਿਆ ਹੋਇਆ। ਜਦੋਂ ਜਗਿਆਸੂ ਇਸ ਤਰੀਕੇ ਨਾਲ ਅਭਿਆਸ ਕਰਦਾ ਗੁਰਮੰਤਰ ਦਾ, ਪ੍ਰਮਾਤਮਾ ਅੰਦਰੋਂ ਦਰਸ਼ਨ ਬਖਸ਼ ਸਕਦੇ ਆ, ਭਾਵੇਂ ਕਿ ਹਜੇ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ
ਇਸ ਮਾਰਗ 'ਤੇ ਸ਼ੁਰੂ ਤੇ ਚੱਲ ਰਹੇ ਆ, ਕਈ ਵਾਰੀ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਹੁੰਦੇ ਆ। ਪਰ ਜੇਕਰ ਅਸੀਂ ਜੀਵਨ ਮੁਕਤ ਹੋਣਾ ਚਾਹੁੰਦੇ ਹਾਂ, ਅਮਰ ਪਦਵੀ ਨੂੰ ਹਾਸਲ ਕਰਨਾ ਚਾਹੁੰਦੇ ਹਾਂ, ਅਮਰ ਪਦਵੀ ਨੂੰ ਹਾਸਲ ਕਰਕੇ ਅਸੀਂ ਪ੍ਰਮਾਤਮਾ ਦੇ ਵਿੱਚ ਸਦੀਵੀ ਲੀਨ ਹੋਣਾ ਚਾਹੁੰਦੇ ਹਾਂ, ਅਤੇ ਮਹਾਰਾਜ ਨੇ ਸਾਨੂੰ ਦੱਸਿਆ ਕਿ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਬਹੁਤ ਜ਼ਰੂਰੀ ਆ। ਤਾਂ ਹੀ ਫਿਰ ਮਹਾਰਾਜ ਨੇ ਇਹ ਮਰਿਆਦਾ ਕਲਯੁੱਗ ਦੇ ਵਿੱਚ ਤਿਆਰ ਕੀਤੀ ਹੋਈ ਹੈ ਕਿ 5 ਪਿਆਰਿਆਂ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਸਿੱਖ ਬਣਨਾ ਹੁੰਦਾ, ਅਰਥਾਤ ਕਿ ਗੁਰੂ ਧਾਰਨ ਕਰਨਾ, ਅੰਮ੍ਰਿਤ ਦੀ ਦਾਤ ਲੈਣੀ 5 ਪਿਆਰਿਆਂ ਤੋਂ, ਫਿਰ ਅਸੀਂ ਗੁਰੂ ਵਾਲੇ ਅਖਵਾਉਂਦੇ ਹਾਂ। ਅਤੇ ਫਿਰ ਸਾਨੂੰ ਆਖਰੀ ਕੁੰਜੀ ਜਿਹੜੀ ਆ ਸਤਿਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋ ਸਕਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਹੇ ਨਾਹੀਂ ਗੁਰ ਪੂਰੈ ਭਾਗ ਮਿਲਾਵਣੇ ਆ। ਕਿ ਆਖਰੀ ਕੁੰਜੀ ਜਿਹੜੀ ਉਸ ਖਜ਼ਾਨੇ ਦੀ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਹੋਈ ਹੈ ਸਤਿਗੁਰੂ ਨੂੰ। ਅਤੇ ਜਦੋਂ ਅਸੀਂ ਉਹਨਾਂ ਦੇ ਭਾਣੇ ਦੇ ਵਿੱਚ ਆ ਜਾਂਦੇ ਹਾਂ, ਉਹਨਾਂ ਦੇ ਹੁਕਮ ਦੇ ਵਿੱਚ ਆ ਜਾਂਦੇ ਹਾਂ, ਉਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲਦੇ ਹਾਂ, ਅਤੇ ਫਿਰ ਉਹ ਸਤਿਗੁਰੂ ਸਾਡੇ 'ਤੇ ਕਿਰਪਾ ਕਰਦੇ, ਆਖਰੀ ਕੁੰਜੀ ਸਾਨੂੰ ਦੇ ਦਿੰਦੇ ਅਤੇ ਸਾਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜਿੰਨਾ ਚਿਰ ਅਸੀਂ ਰਾਹ ਦੇ ਵਿੱਚ ਹਾਂ, ਸਾਨੂੰ ਵੱਖ ਵੱਖ ਐਕਸਪੀਰੀਅੰਸ ਹੋ ਸਕਦੇ ਆ। ਇਹ ਨਹੀਂ ਕਿ ਕਹਿ ਦਿੰਦੇ ਆ ਕਿ ਜੀ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਉਹ ਜਾਪ ਨਹੀਂ ਕਰ ਸਕਦੇ, ਕਿ ਇੰਨੇ ਉਹ ਆਪਣੇ ਖਿਆਲਾਤਾਂ ਦੇ ਵਿੱਚ ਕੱਟੜ ਹੋ ਜਾਂਦੇ ਆ ਕਿ ਉਹ ਸੋਚਦੇ ਕਿ ਮੈਡੀਟੇਸ਼ਨ ਸਾਡੇ ਹੱਕ ਲਈ ਹੈ, ਹੋਰ ਕਿਸੇ ਨੂੰ ਹੈ ਹੀ ਨਹੀਂ ਕਿ ਉਹ ਮੈਡੀਟੇਸ਼ਨ ਕਰ ਸਕਣ ਜਾਂ ਨਾਮ ਸਿਮਰਨ ਅਭਿਆਸ ਕਰ ਸਕਣ। ਐਸਾ ਨਹੀਂ ਹੈ। ਗੁਰਮੰਤਰ ਜਿਹੜਾ ਕੋਈ ਵੀ ਜਪ ਸਕਦਾ ਆ। ਗੁਰਮੰਤਰ ਜਿਹੜਾ ਹੈ ਗੁਰਮੁਖ ਜਨ ਸਾਰੀ ਸੰਗਤ ਨੂੰ ਜਪਾ ਸਕਦੇ ਆ। ਸੰਗਤ ਦੇ ਵਿੱਚ ਕੋਈ ਕਿਸੇ ਸਟੇਜ 'ਤੇ ਹਜੇ ਬੈਠਾ ਹੁੰਦਾ, ਕੋਈ ਕਿਸੇ ਸਟੇਜ 'ਤੇ ਬੈਠਾ ਹੁੰਦਾ, ਸਾਰਿਆਂ ਨੂੰ ਜਪਾਇਆ ਜਾ ਸਕਦਾ ਹੈ ਅਤੇ ਸਾਰੇ ਆਪ ਜਪ ਸਕਦੇ ਆ। ਪਰਮਾਤਮਾ ਸਾਰਿਆਂ ਦਾ ਆ। ਇੱਕ ਵਾਰੀ ਕੀ ਹੋਇਆ ਕਿ ਚੇਤੇ ਇੱਕ ਗੁਰਮੁਖਾਂ ਦੇ ਘਰ ਆਏ ਸੀਗੇ ਇੱਕ ਗਿਆਨੀ ਜੀ, ਅਤੇ ਗਿਆਨੀ ਜੀ ਨਾਲ ਗੱਲ ਚੱਲੀ ਸੀਗੀ ਕਿ ਇੱਕ ਜਨ ਸੰਗਤ ਵਿੱਚ ਆਏ, ਉਹਨਾਂ ਨੇ ਹਜੇ ਕੇਸ ਨਹੀਂ ਰੱਖੀ ਸੀ, ਹਜੇ ਇਸ ਮਾਰਗ 'ਤੇ ਸ਼ੁਰੂ ਹੀ ਉਹਨਾਂ ਨੇ ਕੀਤਾ ਸੀ, ਅਤੇ ਉਹਨਾਂ ਨੂੰ ਅਨਹਦ ਸ਼ਬਦ ਸੁਣਨ ਲੱਗ ਪਏ। ਅਤੇ ਗਿਆਨੀ ਜੀ ਉਹ ਵੱਡੀ ਉਮਰ ਦੇ ਸੀਗੇ, ਅਤੇ ਉਹਨਾਂ ਨੇ ਕਿਹਾ ਕਿ ਇਹ ਕਿੱਦਾਂ ਹੋ ਸਕਦਾ, ਕਿਉਂਕਿ ਉਹ ਗਿਆਨੀ ਜੀ ਨੂੰ ਆਪ ਸੁਣਦੇ ਨਹੀਂ ਸੀ। ਗੱਲ ਤਾਂ ਹੈਗੀ ਕਮਾਈ ਦੀ, ਅਭਿਆਸ ਕੌਣ ਕਰਦਾ ਕੌਣ ਨਹੀਂ ਕਰਦਾ। ਹੁਣ ਜੇਕਰ ਅਸੀਂ ਅੰਮ੍ਰਿਤ ਦੀ ਦਾਤ ਲਈ ਆ ਅਤੇ ਅਸੀਂ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਗੁਰਮੰਤਰ ਦਾ ਜਾਪ ਨਹੀਂ ਨਾ ਕਰਦੇ, ਅਤੇ ਅਸੀਂ ਸੋਚਦੇ ਹਾਂ ਕਿ ਸਾਨੂੰ ਉਂਝ ਹੀ ਇੱਦਾਂ ਮੁਕਤ ਕਰ ਦੇਣਾ ਮਹਾਰਾਜ ਨੇ, ਇਹ ਸਾਡਾ ਭੁਲੇਖਾ ਆ। ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ ਆ ਕਿ ਗੁਰਮੁਖ ਜੇ ਉਹਨਾਂ ਨੇ ਨਾਮ ਨੂੰ ਬੁੱਝਿਆ ਨਹੀਂ, ਜਿਹਨੇ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ। ਭਾਵੇਂ ਅਸੀਂ ਗੁਰੂ ਵਾਲੇ ਬਣ ਗਏ ਹਾਂ, ਜੇ ਨਾਮ ਨੂੰ ਅਸੀਂ ਬੁੱਝਿਆ ਨਹੀਂ ਨਾ, ਸਾਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਆਉਣਾ ਪਊਗਾ। ਜਿਹੜਾ ਗੁਰਮੁਖ ਜਨ ਅਸਲੀ ਖਾਲਸਾ ਉਹ ਆ ਜਿਹਨੇ 5 ਪਿਆਰਿਆਂ ਰਾਹੀਂ ਅੰਮ੍ਰਿਤ ਦੀ ਦਾਤ ਵੀ ਲਈ ਆ, ਅਤੇ ਉਹ ਅਭਿਆਸ ਵੀ ਕਰਦੇ ਆ, ਉਹ ਅੰਦਰੋਂ ਜੋਤ ਨੂੰ ਪ੍ਰਗਟ ਕਰ ਦਿੰਦੇ ਆ ਇਸ ਤਰੀਕੇ ਨਾਲ ਕਿ ਉਹਨਾਂ ਦਾ ਮਨ ਹੀ ਉਸ ਜੋਤ ਵਿੱਚ ਲੀਨ ਹੋ ਜਾਂਦਾ, ਤਾਂ ਹਰ ਵਕਤ ਉਹਨਾਂ ਦੇ ਅੰਦਰ ਪ੍ਰਕਾਸ਼ ਰਹਿੰਦਾ ਆ, ਉਹ ਲੋਪ ਨਹੀਂ ਹੁੰਦਾ। ਜਿਹਨੂੰ ਮਹਾਰਾਜ ਕਹਿੰਦੇ ਆ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ, ਕਿ ਜਿਹੜਾ ਪੂਰੀ ਤਰ੍ਹਾਂ ਜਾਗਤ ਜੋਤ ਜਿਹੜੀ ਆ ਅੰਦਰ ਅਨੂਪ ਜੋਤ ਜਿਹਨੂੰ ਕਹਿ ਦਿੱਤਾ, ਬ੍ਰਹਮ ਜੋਤ ਕਹਿ ਦਿੱਤਾ ਆ, ਜਿਹੜਾ ਉਸ ਨੂੰ ਪ੍ਰਗਟ ਕਰ ਲਵੇ ਅੰਦਰ ਉਹਦੇ, ਫਿਰ ਉਹ ਪ੍ਰਕਾਸ਼ ਰਹਿੰਦਾ ਹਰ ਵਕਤ। ਕਹਿੰਦੇ ਉਹ ਅਸਲੀ ਖਾਲਸਾ ਆ। ਉਸ ਮੰਜ਼ਿਲ ਨੂੰ ਅਸੀਂ ਹਾਸਲ ਕਰਨਾ ਹੈ। ਬਾਕੀ ਜਿੰਨਾ ਚਿਰ ਅਸੀਂ ਰਾਹ ਦੇ ਵਿੱਚ ਹਾਂ ਅਤੇ ਉਹਨਾਂ ਚਿਰ ਸਾਨੂੰ ਐਕਸਪੀਰੀਅੰਸ ਹੋ ਸਕਦਾ, ਜਿਵੇਂ ਕਿ ਕਈਆਂ ਨੂੰ ਅਨਹਦ ਸ਼ਬਦ ਸੁਣਦੇ ਆ, ਉਹਨਾਂ ਨੇ ਅੰਮ੍ਰਿਤ ਦੀ ਦਾਤ ਹਜੇ ਨਹੀਂ ਲਈ ਹੁੰਦੀ, ਜਾਂ ਕਈਆਂ ਨੇ ਪ੍ਰਕਾਸ਼ ਦੀ ਝਲਕ ਦੇਖ ਲਈ ਹੁੰਦੀ ਹੈ ਪਰ ਉਹਨਾਂ ਨੇ ਹਜੇ ਅੰਮ੍ਰਿਤ ਦੀ ਦਾਤ ਨਹੀਂ ਲਈ। ਉਹ ਅਭਿਆਸ ਜਿਉਂ-ਜਿਉਂ ਅਸੀਂ ਕਰਦੇ ਹਾਂ, ਜਿਹੜੇ ਗੁਰਮੁਖ ਜਾਣੇ ਆ, ਉਹ ਫਿਰ ਜਦੋਂ ਉਹਨਾਂ ਦਾ ਮਨ ਜਾਗਤ ਅਵਸਥਾ ਦੇ ਵਿੱਚ ਆਉਂਦਾ ਆ ਅਤੇ ਉਹ ਜਾਗਣ ਲੱਗ ਪੈਂਦੇ ਆ, ਉਹ ਫਿਰ ਆਪਣੇ ਸਰੀਰ ਦੇ ਕਿਸੇ ਵੀ ਅੰਗ ਦੀ ਬੇਅਦਬੀ ਨਹੀਂ ਕਰਦੇ, ਉਹ ਸਾਬਤ ਸੂਰਤ ਹੋ ਜਾਂਦੇ ਆ। ਅਤੇ ਉਹ ਜਿਉਂ-ਜਿਉਂ ਜਾਗਤ ਅਵਸਥਾ ਦੇ ਵਿੱਚ ਮਨ ਆਉਂਦਾ ਹੈ, ਫਿਰ ਉਹੀ ਜਿਹੜੇ ਗੁਰਮੁਖ ਜਾਣੇ ਆ ਫਿਰ ਭੱਜ ਕੇ 5 ਪਿਆਰਿਆਂ ਕੋਲ ਜਾਂਦੇ ਕਿ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹੀ ਤਾਂ ਰਾਹ ਆ,
ਇਹੀ ਤਾਂ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ। ਜਦੋਂ ਇੱਦਾਂ ਭੱਜ ਕੇ ਜਾਂਦੇ ਆ ਗੁਰੂ ਦੀ ਸ਼ਰਨ ਵਿੱਚ, ਅਤੇ ਉਹ ਫਿਰ ਅਭਿਆਸ ਕਰਦੇ ਕਰਦੇ ਉਹ ਫਿਰ ਗੁਰੂ ਦੇ ਹੁਕਮ ਦੇ ਵਿੱਚ ਵੀ ਆ ਗਿਆ ਅਤੇ ਪੂਰੀ ਤਰ੍ਹਾਂ ਅੰਮ੍ਰਿਤ ਪਦਵੀ ਨੂੰ ਵੀ ਹਾਸਲ ਕਰ ਸਕਦੇ ਆ। ਸੋ ਮਤਲਬ ਕਹਿਣ ਦਾ ਇਹ ਆ ਕਿ ਅਭਿਆਸ ਜਿਹੜਾ ਜ਼ਰੂਰੀ ਆ, ਪ੍ਰੈਕਟੀਕਲ ਤੋਂ ਬਗੈਰ ਅਸੀਂ ਸਿੱਖ ਉੱਦਾਂ ਅਖਵਾ ਹੀ ਨਹੀਂ ਸਕਦੇ। ਪ੍ਰੈਕਟੀਕਲ ਕਰਨਾ ਬਹੁਤ ਜ਼ਰੂਰੀ ਆ। ਤਾਂ ਹੀ ਮਹਾਰਾਜ ਨੇ ਕਿਹਾ ਰਹਿਣੀ ਰਹਿ ਸੋਈ ਸਿੱਖ ਮੇਰਾ। ਇਹ ਰਹਿਣੀ ਹੈ ਸਾਡੀ, ਇੱਕ ਤਾਂ ਹੁੰਦੀ ਹੈ ਸਰੀਰ ਦੀ, ਇੱਕ ਹੁੰਦੀ ਹੈ ਮਨ ਦੀ। ਇਹ ਦੋਨੋਂ ਜ਼ਰੂਰੀ ਆ, ਤਾਂ ਫਿਰ ਅੰਮ੍ਰਿਤ ਪਦਵੀ ਮਿਲੂਗੀ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਬੋਲਦਿਆਂ ਹਾਂ ਕੋਈ ਅੱਖਰ ਵਾਧਾ ਘੱਟ ਭੁੱਲ ਚੁੱਕ ਗਿਆ ਹੋਵੇ, ਅਣਜਾਣ ਸਮਝ ਕੇ ਮੈਨੂੰ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।